ਜੇ ਅਸੀਂ ਝੂਠੇ ਹੋਈਏ ਸਾਡੇ ਤੇ ਪਰਚੇ ਕਰੋ, ਜੇ ਝੂਠੇ ਹੋਈਏ ਸਾਨੂੰ ਜੇਲ੍ਹ 'ਚ ਸੁੱਟੋ। ਚੈਲੰਜ ਕਰ ਰਹੇ ਜੀ, ਅਗਰ ਅਸੀਂ ਝੂਠੇ ਆ ਜੀ, ਮੈਂ ਇਕੱਲਾ ਨਹੀਂ ਜੀ, ਮੇਰੀ ਘਰ ਵਾਲੀ ਉੱਥੇ ਆ, ਮੇਰੀ ਮਾਤਾ ਉੱਥੇ ਆ, ਮੈਂ ਆ ਜੀ, ਸਾਨੂੰ ਤਿੰਨਾਂ ਨੂੰ ਜੇਲ੍ਹ 'ਚ ਪਾਓ ਜੀ। ਤੇ ਨਹੀਂ ਤਾਂ ਫਿਰ ਇਹ ਬੀਬੀ ਸਰਬਜੀਤ ਕੌਰ ਤੇ ਜਿੰਨਾ ਵੀ ਇਹਦਾ ਗਰੋਹ ਆ, ਇਹਨਾਂ ਸਾਰਿਆਂ ਨੂੰ ਫੜ ਕੇ ਹੁਣ ਅੰਦਰ ਕਰ ਦਿਓ। ਕੋਠੀ ਦੱਬੀ ਸੀ ਔਰ ਉਹਨਾਂ ਨੇ ਆਪਣੇ ਹੀ ਬੰਦੇ ਨੂੰ ਚਾਬੀਆਂ ਫੜਾਈਆਂ, ਉਹਨਾਂ ਨੇ ਕੋਠੀ ਛੱਡੀ ਨਹੀਂ ਆ। ਇਹ ਇੱਕ ਸਿਰਫ ਦਿਖਾਵਾ ਕੀਤਾ। ਜੋ ਅਸੀਂ ਪਾਵਰ ਆਫ ਅਟਾਰਨੀ ਉਹਨਾਂ ਦੀ ਦੇਖੀ ਆ ਜੀ, ਉਹ ਬਿਲਕੁਲ ਫੇਕ ਆ, ਨਕਲੀ, ਜਿਹਦੇ ਵਿੱਚ ਨਾ ਤਾਂ ਮੇਰੀ ਮਾਤਾ ਦੇ ਸਿਗਨੇਚਰ ਮਿਲਦੇ ਆ ਜੀ, ਨਾ ਹੀ ਮੇਰੇ। ਉਹ ਚੀਜ਼ ਦਾ ਕਬਜ਼ਾ ਛਡਾਤਾ, ਮੈਂ ਉਹ ਕਰਤਾ, ਮੈਂ ਉਹ ਕਰਤਾ, ਧਾਲੀਵਾਲ ਨੇ ਇਹ ਕਰਤਾ। ਧਾਲੀਵਾਲ ਸਾਹਿਬ ਆਓ, ਅਸੀਂ ਵੀ ਢਾਲੀ ਵਾਲੀ ਆ, ਮਦਦ ਕਰੋ ਇੱਕ ਧਾਲੀਵਾਲ ਦੀ ਆ ਕੇ। ਮਾਨ ਸਾਹਿਬ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਜੀ, ਇੱਥੇ ਏਡੀਆਂ ਗੱਲਾਂ ਕਰਕੇ ਚਲੇ ਗਏ ਸਾਡੇ ਕੋਲੇ। ਮੈਨੂੰ ਲੱਗਦਾ ਸਾਨੂੰ ਮਿੱਠੀਆਂ ਮਿਰਚਾਂ ਦੇ ਗਏ। ਅਸੀਂ ਤਾਂ ਆਪ ਨਾਲ ਖੜੇ ਸੀਗੇ ਜੀ, ਔਰ ਆਪ ਨੇ ਹੀ ਅਗਰ ਸਾਡੇ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਹੁਣ ਕਰੀਏ ਤੇ ਕਰੀਏ ਕੀ, ਜਾਈਏ ਕਿਹਦੇ ਕੋਲੇ? ਤੇ ਮੈਡਮ ਜੀ ਅਗਰ ਇੰਨੇ ਸੁੱਚੇ ਆ ਤੇ ਉਹ ਕਿਉਂ ਨਹੀਂ ਉਹ CBI ਦੀ ਇਨਕੁਆਇਰੀ ਬਿਠਾ ਦਿੰਦੇ ਜੀ ਇਸ ਚੀਜ਼ ਦੇ ਉੱਤੇ? ਮੈਂ ਕਿਹਾ ਜੀ ਉਹ ਆਪਣੀ ਹੀ ਗੈਂਗ ਬਣਾ ਕੇ ਔਰ ਕੋਠੀਆਂ ਦੱਬਣ ਦੇ ਉੱਤੇ ਹੋਏ ਆ। ਜੋ ਫਰਾਡ ਕੀਤਾ ਗਿਆ, ਇਹ MLA ਸਾਹਿਬਾਂ ਦੇ ਬਿਨਾਂ ਹੱਥ ਰੱਖਿਆ ਸਿਰ ਤੇ ਨਹੀਂ ਹੋ ਸਕਦਾ ਇਹ ਜਾ, ਔਰ ਉਹਨਾਂ ਨੇ ਹੀ ਕੀਤਾ। ਕਰਮ ਸਿੰਘ ਉਹਨਾਂ ਦਾ ਹੀ ਬੰਦਾ, ਅਸ਼ੋਕ ਕੁਮਾਰ ਉਹਨਾਂ ਦਾ ਹੀ ਬੰਦਾ। ਨੱਕ ਨੂੰ ਲਾ ਕੇ ਬੋਲ ਨੂੰ ਲਾ ਲਿਆ ਜੀ, ਜਿਸ ਤਰ੍ਹਾਂ ਆਪਣੀ ਕਹਾਵਤ ਹੁੰਦੀ ਹੈ। 40 ਤੋਂ 45 ਦਿਨ ਲੱਗਦੇ ਹੁੰਦੇ ਆ ਪ੍ਰਾਪਰਟੀ ਨੂੰ ਚੇਂਜ ਹੋਣ ਲਈ। ਅਗਰ 8 ਜੂਨ ਤੱਕ ਸਾਡੇ ਨਾਮ ਤੇ ਸੀ ਤੇ 9 ਜੂਨ ਨੂੰ ਕਿਸ ਤਰ੍ਹਾਂ ਉਸ ਬੰਦੇ ਦੇ ਨਾਮ ਤੇ ਆ ਗਈ ਜੀ, ਕਰਮ ਸਿੰਘ ਦੇ? ਇਸ ਤਰ੍ਹਾਂ ਕਰੋ, ਕੋਠੀ ਛੱਡ ਦਿਓ, ਜੋ ਹੋ ਗਿਆ ਸੋ ਹੋ ਗਿਆ। ਤੁਸੀਂ ਇਸ ਤਰ੍ਹਾਂ ਕਹਿ ਦਿਓ ਕਿ ਜੋ ਇਹ ਫਰਦ ਦਿੱਤੀ ਹੋਈ ਆ ਉਹਨਾਂ ਨੂੰ, ਕੀ ਇਹ ਨਾਮ ਹੈ, ਅਸ਼ੋਕ ਕੁਮਾਰ ਦੇ ਨਾਮ ਦੇ ਉੱਤੇ, ਤੁਸੀਂ ਕਹਿ ਦਿਓ ਵੀ ਉਹ ਅਸੀਂ ਦੇ ਕੇ ਭੁੱਲ ਗਏ ਸੀ। ਆਫਰ ਸਾਡੇ ਕੋਲੇ ਆਈ ਹੈ ਜੀ ਇਸ ਚੀਜ਼ ਦੀ, ਪਰਸੋਂ ਤੱਕ ਆਈ ਹੈ। ਬਿਲਕੁਲ ਜੀ, ਪਰਸੋਂ ਤੱਕ ਆਈ ਹੈ। ਹੁਣ ਤਾਂ ਅਸੀਂ ਸਭ ਕੋਲੇ ਜਾਵਾਂਗੇ ਜੀ। ਇਹ ਆਪੋਜੀਸ਼ਨ ਪਾਰਟੀ ਹੈ, ਅਸੀਂ ਆਪੋਜੀਸ਼ਨ ਪਾਰਟੀ ਕੋਲੇ ਆਪਣੀ ਜਾ ਕੇ ਗੁਹਾਰ ਚੱਕਾਂਗੇ। ਉਸ ਤੋਂ ਬਾਅਦ ਅਸੀਂ ਜੀ ਆਪਣਾ ਬਾਦਲ ਸਾਹਿਬ ਕੋਲੇ ਵੀ ਜਾਵਾਂਗੇ ਜੀ, ਸਾਨੂੰ ਜਾਣਾ ਪਿਆ। ਅਸੀਂ BJP ਕੋਲੇ ਵੀ ਜਾਵਾਂਗੇ ਜੀ। ਫਿਰ ਅਗਰ ਅਸੀਂ BJP ਕੋਲੇ ਜਾਂਦੇ ਹਾਂ, ਫਿਰ ਇਹ ਸਾਨੂੰ ਕਹਿਣਗੇ ਅਸੀਂ ਪੰਜਾਬ ਦੇ ਗਦਾਰ ਹਾਂ। ਸਤਿ ਸ੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਪਿਛਲੇ ਦਿਨਾਂ ਤੋਂ MLA ਸਰਬਜੀਤ ਕੌਰ ਮਾਣੂਕੇ ਵਾਲੀ ਕੋਠੀ ਦਾ ਮਾਮਲਾ ਜਿਹੜਾ ਉਹ ਪੱਕਿਆ ਹੋਇਆ ਸੀ ਤੇ ਬੀਤੇ ਕੱਲ MLA ਸਾਹਿਬਾ ਦੇ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾਂਦੀ ਹੈ। ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਮੈਂ ਚਾਬੀਆਂ ਜਿਹੜੀਆਂ ਨੇ ਉਹ ਫੜਾ ਦਿੱਤੀਆਂ ਨੇ ਕੋਠੀ ਦੇ ਓਨਰ ਨੂੰ। ਗੱਲਬਾਤ ਕਰਾਂਗੇ ਇਸ ਦੇ ਬਾਬਤ। ਮੇਰੇ ਨਾਲ ਜਗਰਾਉਂ ਕੋਠੀ ਦੇ NRI ਪਰਿਵਾਰ ਜਿਨ੍ਹਾਂ ਦੇ ਵੱਲੋਂ ਦਾਅਵਾ ਜਿਹੜਾ ਉਹ ਆਪਣਾ ਠੋਕਿਆ ਜਾ ਰਿਹਾ ਸੀ, ਪਰਮਜੀਤ ਸਿੰਘ ਮੇਰੇ ਨਾਲ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲਈਏ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਪਰਮਜੀਤ ਸਿੰਘ ਜੀ, ਸਵਾਗਤ ਹੈ RMB ਟੈਲੀਵਿਜ਼ਨ ਤੁਹਾਡਾ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਔਰ ਸਾਰੇ ਹੀ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖੁਸ਼ੀ ਤਾਂ ਹੋ ਗਈ ਹੋਣੀ ਆ ਜੀ, ਕੱਲ ਚਾਬੀਆਂ ਕਹਿੰਦੇ ਨੇ ਕਿ ਮੈਂ ਪਰਿਵਾਰ ਨੂੰ ਫੜਾ ਦਿੱਤੀਆਂ ਨੇ, ਜਿਹੜੇ ਓਨਰ ਸੀ ਉਹਨਾਂ ਨੂੰ ਫੜਾ ਦਿੱਤੀਆਂ ਨੇ। ਬਿਲਕੁਲ ਨਹੀਂ ਜੀ, ਉਹਨਾਂ ਨੇ ਚਾਬੀਆਂ ਆਪਣੇ ਹੀ ਇੱਕ ਵਫਾਦਾਰ ਨੂੰ ਫੜਾਈਆਂ, ਜੋ ਉਹਨਾਂ ਦਾ ਲੋਇਲਿਸਟ ਹੈ, ਕਰਮ ਸਿੰਘ। ਉਹਨੂੰ ਉਹਨਾਂ ਨੇ ਚਾਬੀਆਂ ਫੜਾ ਦਿੱਤੀਆਂ। ਜਾਣੀ ਬੇਸਿਕਲੀ ਉਹਨਾਂ ਨੇ ਉਸ ਬੰਦੇ ਨੂੰ ਮਾਲਕ ਡਿਕਲੇਅਰ ਕਰ ਦਿੱਤਾ, ਕਿਉਂਕਿ ਉਹਨਾਂ ਦੇ, ਤੁਹਾਨੂੰ ਯਾਦ ਆਉਣਾ, ਉਹਨਾਂ ਦੀ ਇੱਕ ਇੰਟਰਵਿਊ ਆਈ ਸੀ ਕਿ ਮੈਂ ਮਾਲਕ ਨੂੰ ਚਾਬੀਆਂ ਦੂੰਗੀ ਔਰ ਦੂਸਰੀ ਧਿਰ ਤੇ ਪਰਚਾ ਜੀ। ਪਰਚਾ ਸਾਡੇ ਤੇ ਹਾਲੇ ਤੱਕ ਕੋਈ ਨਹੀਂ ਹੋਇਆ ਜੀ, ਲੇਕਿਨ ਉਹਨਾਂ ਨੇ ਚਾਬੀਆਂ ਉਹਨਾਂ ਨੂੰ ਦੇ ਦਿੱਤੀਆਂ, ਕਰਮ ਸਿੰਘ ਨੂੰ। ਔਰ ਜੋ ਕਿ ਤੁਸੀਂ ਕਰਮ ਸਿੰਘ ਦੀਆਂ ਸ਼ਾਇਦ ਤਸਵੀਰਾਂ ਦੇਖੀਆਂ ਵੀ ਹੋਣੀਆਂ, ਮੈਡਮ ਦੇ ਨਾਲ ਹੀ ਰਹਿੰਦੇ ਆ ਸੱਜੇ ਖੱਬੇ, ਔਰ ਉਹਨਾਂ ਦੇ ਘਰ ਵਾਲੇ ਦੇ ਨਾਲ ਹੀ ਰਹਿੰਦੇ ਆ ਉਹ। ਤੇ ਉਹ ਚਾਬੀਆਂ ਦਿੱਤੀਆਂ ਨਹੀਂ ਜੀ ਉਹਨਾਂ ਨੇ ਕਿਸੇ ਨੂੰ ਵੀ। ਇੱਕ ਸਿਰਫ ਇਹ ਪ੍ਰੋਪੋਗੰਡਾ ਕੀਤਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਕਿ ਮੈਂ ਚਾਬੀਆਂ ਦੇ ਦਿੱਤੀਆਂ, ਕਿਉਂਕਿ ਉਹਨਾਂ ਨੂੰ ਘਰ ਛੱਡ ਕੇ ਜਾਣਾ ਪੈ ਰਿਹਾ ਸੀਗਾ। ਉਹਨਾਂ ਨੇ ਤਾਂ ਕੰਸਟਰਕਸ਼ਨ ਕਰਾਈ ਹੈ ਜੀ ਘਰ ਦੇ ਵਿੱਚ ਪਿੱਛੇ। ਅਗਰ ਤੁਹਾਡੇ ਕੋਲ ਵੀਡੀਓ ਨਹੀਂ, ਮੈਂ ਭੇਜ ਦਿੰਦਾ ਜੀ, ਉਹਦੀ ਵੀਡੀਓ ਭੇਜ ਦਿੰਦਾ ਜੀ ਉਸ ਚੀਜ਼ ਦੀ। ਤੇ ਇਹ ਤਾਂ ਜੀ ਸਿਰਫ ਇੱਕ ਪ੍ਰੋਪੋਗੰਡਾ ਕੀਤਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ, ਇੱਕ ਸੱਚੇ ਸੁੱਚੇ ਹੋ ਕੇ ਜਾਂ ਵਿੱਚੋਂ ਪਾਰਟੀ ਨੂੰ ਆਪਦੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ, ਪਰ ਇਹ 'ਚ ਕੋਈ ਸੱਚਾਈ ਨਹੀਂ ਹੈ ਜੀ। ਪਰ ਇੱਕ ਚੀਜ਼ ਹੋਰ ਆ, ਉਹਨਾਂ ਵੱਲੋਂ ਪਹਿਲਾਂ ਵੀ ਪਰਮਜੀਤ ਸਿੰਘ ਜੀ ਇਹੀ ਕਿਹਾ ਗਿਆ ਸੀ ਕਿ ਮੈਂ ਅਸਲੀ ਓਨਰ ਨੂੰ ਚਾਬੀਆਂ ਜਿਹੜੀਆਂ ਉਹ ਫੜਾਵਾਂਗੀ। ਤੁਸੀਂ ਪਿਛਲੇ ਦਿਨਾਂ ਤੋਂ ਦਾਅਵਾ ਠੋਕ ਰਹੇ ਹੋ ਤੇ 7 ਜੂਨ ਤੱਕ, ਜਿਸ ਤਰ੍ਹਾਂ ਦੇ ਨਾਲ ਮੈਂ ਵੀ ਖਬਰਾਂ ਪੜ੍ਹੀਆਂ ਕਿ 7 ਜੂਨ ਤੱਕ ਫਰਦ ਜਿਹੜੀ ਉਹ ਤੁਹਾਡੇ ਨਾਮ ਹੀ ਬੋਲ ਰਹੀ ਸੀ। ਜੇਕਰ ਤੁਸੀਂ ਅਸਲੀ ਓਨਰ ਹੋ ਤਾਂ ਫਿਰ ਚਾਬੀਆਂ ਹੋਰ ਕਿਸੇ ਨੂੰ ਕਿਉਂ ਫੜਾ ਦਿੱਤੀਆਂ ਗਈਆਂ? ਜਾਂ ਫਿਰ ਤੁਸੀਂ ਅਸਲੀ ਓਨਰ ਹੋ ਤਾਂ ਕਰਮ ਸਿੰਘ ਕੌਣ ਹੈ? 8 ਤਰੀਕ ਤੱਕ ਸਾਡੇ ਨਾਮ ਤੇ ਫਰਦ ਬੋਲ ਰਹੀ ਸੀ ਜੀ, ਮਾਤਾ ਦੇ, ਮੇਰਾ ਮਤਲਬ 8 ਜੂਨ ਤੱਕ। ਔਰ 9 ਤਰੀਕ ਤੋਂ ਇਹ ਫਰਦ ਕਰਮ ਸਿੰਘ ਦੇ ਨਾਮ ਤੇ ਬੋਲਣ ਲੱਗ ਗਈ। ਇੰਨੀ ਜਲਦੀ ਕਿਸ ਤਰ੍ਹਾਂ ਹੋ ਗਿਆ ਜੀ? ਹੁਣ ਉਹ ਕਹਿ ਰਹੇ ਆ ਕਿ ਕਿਸੇ ਨੂੰ, ਕੋਈ ਅਸ਼ੋਕ ਕੁਮਾਰ ਸੀ ਜੀ ਤੋਂ ਕਰਮ ਸਿੰਘ ਨੇ ਖਰੀਦੀ ਆ ਪ੍ਰਾਪਰਟੀ, ਤੇ ਅਸ਼ੋਕ ਕੁਮਾਰ ਨੂੰ ਅਸੀਂ ਕੋਈ ਆਪਣੀ ਪਾਵਰ ਆਫ ਅਟਾਰਨੀ ਦਿੱਤੀ ਹੈ ਜੀ, ਮੇਰੀ ਮਾਤਾ ਨੇ ਔਰ ਮੈਂ। ਔਰ ਜੋ ਅਸੀਂ ਪਾਵਰ ਆਫ ਅਟਾਰਨੀ ਉਹਨਾਂ ਦੀ ਦੇਖੀ ਆ ਜੀ, ਉਹ ਬਿਲਕੁਲ ਫੇਕ ਆ, ਨਕਲੀ, ਜਿਹਦੇ ਵਿੱਚ ਨਾ ਤਾਂ ਮੇਰੀ ਮਾਤਾ ਦੇ ਸਿਗਨੇਚਰ ਮਿਲਦੇ ਆ ਜੀ, ਨਾ ਹੀ ਮੇਰੇ।
ਅਗਰ ਤੁਹਾਡੇ ਕੋਲੇ ਉਹਦੀ ਕਾਪੀ ਨਹੀਂ ਤਾਂ ਮੈਂ ਉਹ ਵੀ ਭੇਜ ਦਾਂਗਾ ਜੀ ਤੁਹਾਨੂੰ, ਤੇ ਤੁਸੀਂ ਆਪ ਦਿਖਾ ਸਕਦੇ ਹੋ। ਇਹ ਸਾਰਾ ਕੁਝ ਉਹਨਾਂ ਨੇ ਬੈਕ ਡੇਟ ਦੇ ਵਿੱਚ ਕਰਕੇ ਇੰਨਾ ਜੋ ਟਾਈਮ ਲਿਆ ਸੀ ਨਾ, ਪਿਛਲੀਆਂ ਤਰੀਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਕਾਗਜ਼ ਪੱਤਰ ਬਣਾ ਕੇ ਮੈਡਮ ਨੇ ਆਪਣੇ ਹੀ ਬੰਦਿਆਂ ਨੂੰ ਦਿੱਤੇ ਔਰ ਉਹਨਾਂ ਕੋਲੇ ਹੀ ਰੱਖਿਆ। ਦੋਨੋਂ ਹੀ ਬੰਦੇ ਅਸ਼ੋਕ ਕੁਮਾਰ ਔਰ ਕਰਮ ਸਿੰਘ ਇਹ ਮੈਡਮ ਦੇ ਕਰੀਬੀ ਆ ਜੀ। ਜੀ, ਭਾਵ ਤੁਹਾਡਾ ਕਹਿਣਾ ਹੈ ਕਿ ਜਿਹੜੇ ਦਿਨ 8 ਤੋਂ ਬਾਅਦ ਜਿਹੜੇ ਦਿਨ ਲਏ ਗਏ ਨੇ, ਕੱਲ ਤੱਕ ਜਿੰਨੇ ਵੀ ਦਿਨ ਜਿਹੜੇ ਹੈਗੇ ਨੇ ਉਹ ਪਾਏ ਗਏ ਨੇ, ਉਹਨਾਂ ਦਿਨਾਂ ਦੇ ਵਿੱਚ ਇੱਕ ਨਕਲੀ ਓਨਰ ਨੂੰ ਖੜਾ ਕੀਤਾ ਗਿਆ, ਨਕਲੀ ਜਿੱਦਾਂ ਤੁਸੀਂ ਕਿਹਾ ਪਾਵਰ ਆਫ ਅਟਰਨੀ ਜਿਹੜੀ ਆ ਬਣਾਈ ਗਈ, ਫਰਦ ਉਹਨਾਂ ਦੇ ਨਾਮ ਤੇ ਕਰੀ ਗਈ, ਭਾਵ ਸਭ ਕੁਝ ਫੇਕ ਕੀਤਾ ਗਿਆ। ਟੋਟਲੀ ਫੇਕ ਹੈ ਜੀ, ਹਰ ਚੀਜ਼ ਉਸ ਦੀ ਫਰਜ਼ੀ ਆ। ਔਰ ਤੁਸੀਂ ਇਹ ਦੇਖੋ ਕਿ 40 ਤੋਂ 45 ਦਿਨ ਲੱਗਦੇ ਹੁੰਦੇ ਆ ਪ੍ਰਾਪਰਟੀ ਨੂੰ ਚੇਂਜ ਹੋਣ ਲਈ। ਅਗਰ 8 ਜੂਨ ਤੱਕ ਸਾਡੇ ਨਾਮ ਤੇ ਸੀ ਤੇ 9 ਜੂਨ ਨੂੰ ਕਿਸ ਤਰ੍ਹਾਂ ਉਸ ਬੰਦੇ ਦੇ ਨਾਮ ਤੇ ਆ ਗਈ ਜੀ, ਕਰਮ ਸਿੰਘ ਦੇ? ਇਹਦਾ ਮਤਲਬ ਇਹ ਹੋਇਆ ਕਿ ਪਟਵਾਰੀ, ਤਹਿਸੀਲਦਾਰ, ਕਾਂਗੋ ਇਹ ਸਭ ਮਿਲੇ ਹੋਏ ਆ ਜੀ। ਇਸ ਚੀਜ਼ ਤੁਸੀਂ ਉਸ ਵੇਲੇ ਫਰਦ ਜਦੋਂ ਗਏ ਨੇ ਤਾਂ 8 ਤਰੀਕ ਦੀ ਫਰਦ ਤੁਸੀਂ ਕਢਵਾਈ ਹੈ ਕਿ ਉਸ ਦਿਨ ਤੁਹਾਡੇ ਨਾਮ ਤੇ ਪ੍ਰਾਪਰਟੀ ਬੋਲ ਰਹੀ ਸੀ? ਨਹੀਂ ਜੀ, ਸਾਡੇ ਕੋਲ ਹੈ ਜੀ ਕਾਪੀ ਉਹਦੀ, ਸਾਡੇ ਕੋਲ ਉਸ ਦੀ ਕਾਪੀ ਹੈ, ਬਿਲਕੁਲ ਜੀ। ਤੇ ਇਹ ਸਾਡੇ ਨਾਮ ਤੇ ਬੋਲ ਰਹੀ ਸੀ, ਸਾਡੇ ਕੋਲ ਕਾਪੀ ਆ। ਇਹ ਤਾਂ ਜੀ ਹੁਣ ਸਭ ਪਤਾ ਹੀ ਆਪਾਂ ਨੂੰ ਕੀ ਕਰ ਰਹੀ ਹੈ ਮੈਡਮ ਐਮਐਲਏ। ਪਰ ਐਮਐਲਏ ਸਾਹਿਬ ਕਿਉਂ ਅਜਿਹਾ ਕਿਉਂ ਕਰਨਗੇ ਕਿ ਹੋਰ ਫੇਕ? ਚਲੋ ਠੀਕ ਆ, ਹੋ ਸਕਦਾ ਕਿ ਉਹਨਾਂ ਨੂੰ ਪਹਿਲਾਂ ਪਤਾ ਨਾ ਹੋਵੇ, ਪਤਾ ਲੱਗ ਗਿਆ ਕਿ ਭਾਈ ਚਲੋ ਹੋਰ ਓਨਰ ਨੇ, ਪਰ ਉਹ ਫੇਕ ਜਿਹੜਾ ਹੈਗਾ ਨੇ ਓਨਰ ਕਿਉਂ ਖੜਾ ਕਰਨਗੇ? ਇਹ ਸਭ ਕੁਝ ਫੇਕ ਕਿਉਂ ਕਰਨਗੇ, ਕੀ ਲੱਗਦਾ ਤੁਹਾਨੂੰ? ਕਿਉਂਕਿ ਜੀ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਮੈਡਮ ਐਮਐਲਏ ਨੇ ਕੋਠੀ ਦੱਬੀ ਆ। ਮੈਂ ਤਾਂ ਉਸ ਚੀਜ਼ ਤੋਂ ਹਜੇ ਵੀ ਆਪਣੇ ਆਪ ਨੂੰ ਬੈਕ ਟਰੈਕ ਨਹੀਂ ਕਰ ਰਿਹਾ ਜੀ, ਨਾ ਹੀ ਸਾਡਾ ਪਰਿਵਾਰ ਕਰ ਰਿਹਾ। ਅਸੀਂ ਤਾਂ ਫਿਰ ਵੀ ਇਹੀ ਗੱਲ ਕਹਿ ਰਹੇ ਕਿ ਮੈਡਮ ਐਮਐਲਏ ਨੇ ਕੋਠੀ ਦੱਬੀ ਆ, ਔਰ ਜੋ ਕੋਠੀ ਦੱਬੀ ਆ ਉਹਦੇ 'ਚ ਉਹਨਾਂ ਨੇ ਸਿਰਫ ਹੁਣ ਇਹ ਇੱਕ ਦਿਖਾਵਾ ਕੀਤਾ ਸਾਰੀ ਪੰਜਾਬ ਪਬਲਿਕ ਜਾਂ ਬਾਕੀ ਸਭ ਲੋਕਾਂ ਦੇ ਸਾਹਮਣੇ ਕਿ ਦੇਖੋ ਮੈਂ ਕੋਠੀ ਛੱਡ ਦਿੱਤੀ ਤਾਂ ਉਹਨਾਂ ਨੇ ਆਪਣੇ ਹੀ ਬੰਦੇ ਨੂੰ ਕੋਠੀ ਆ ਜੀ। ਪਰ ਐਮਐਲਏ ਸਾਹਿਬਾ ਤਾਂ ਕੱਲ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਨੇ ਕਿ ਹੁਣ ਮੈਂ ਇਸ ਦੇ ਵਿੱਚੋਂ ਨਿਕਲ ਗਈਆਂ, ਮੈਂ ਚਾਬੀਆਂ ਸੌਂਪ ਦਿੱਤੀਆਂ, ਤੇ ਜੇ ਇਸ ਤੋਂ ਬਾਅਦ ਵੀ ਮੇਰਾ ਨਾਮ ਇਸ ਮਾਮਲੇ ਦੇ ਵਿੱਚ ਲਿਆ ਗਿਆ ਤਾਂ ਮੈਂ ਸਿੱਧਾ ਡੈਫਾਮੇਸ਼ਨ ਭੇਜੂ। ਮੈਂ ਦੇਖੋ ਜੀ ਬਾਹਰ ਬੈਠਾ, ਮੇਰੀ ਵਾਈਫ ਉੱਥੇ ਹੈਗੇ ਆ, ਉਹਨਾਂ ਨੇ ਅੱਜ ਵੀ ਇਹ ਗੱਲ ਕਹੀ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਅੱਜ ਵੀ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਮੈਡਮ ਐਮਐਲਏ ਨੇ ਆਪਣੇ ਹੀ ਬੰਦੇ ਨੂੰ ਚਾਬੀਆਂ ਫੜਾਈਆਂ ਜੀ। ਜਦੋਂ ਉਹਨਾਂ ਨੇ ਉਹ ਕਹਿ ਰਿਹਾ ਕਿ ਕੋਰਟ ਕੇਸ ਹੋ ਗਿਆ ਜੀ, ਅਗਰ ਕੋਰਟ ਦੇ ਵਿੱਚ ਕੇਸ ਹੈਗਾ ਤੇ ਹਜੇ ਜੋ ਉਹਦਾ ਮਾਲਕ ਹੈ, ਵੈਸੇ ਅਸੀਂ ਤਾਂ ਮਾਲਕ ਬੈਠੇ ਹਾਂ, ਅਸੀਂ ਤਾਂ ਕਹਿ ਰਹੇ ਹਾਂ, ਤੇ ਜਦੋਂ ਪ੍ਰੂਵ ਹੀ ਨਹੀਂ ਹੋਇਆ ਤੇ ਉਹਨਾਂ ਨੇ ਉਸ ਬੰਦੇ ਨੂੰ ਚਾਬੀਆਂ ਕਿਉਂ ਦਿੱਤੀਆਂ ਜੀ? ਉਹਨਾਂ ਨੇ ਕਿਉਂ ਨਹੀਂ ਐਸਪੀਡੀ ਪਰਮਾਰ ਜੋ ਇਸ ਚੀਜ਼ ਦੀ ਛਾਣਬੀਨ ਕਰ ਰਿਹਾ ਉਹਨਾਂ ਨੂੰ ਚਾਬੀਆਂ ਫੜਾਈਆਂ ਵੀ ਲਓ ਤੁਸੀਂ ਇਹਦੀਆਂ ਚਾਬੀਆਂ ਫੜੋ ਜੀ? ਤੇ ਉਹਨਾਂ ਨੇ ਉਸ ਬੰਦੇ ਨੂੰ ਕਿਉਂ ਦਿੱਤੀਆਂ ਜੀ? ਕਿਉਂ? ਉਹ ਇਸ ਲਈ ਕੀਤਾ ਗਿਆ ਕਿ ਉਹ ਉਹਨਾਂ ਦਾ ਬੰਦਾ, ਉਹਨਾਂ ਦਾ ਲੋਇਲ ਹੈ, ਉਹਨਾਂ ਦੇ ਨਾਲ ਰਹਿੰਦਾ। ਮੈਂ ਫਿਰ ਕਹਿ ਰਿਹਾ, ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ, ਜੋ ਉਹਨਾਂ ਨੇ ਇੱਕ ਕਿਸਮ ਦੀ ਇਹ ਗੱਲ ਕੀਤੀ ਜੀ ਕਿ ਨੱਕ ਨੂੰ ਲਾ ਕੇ ਬੋਲ ਨੂੰ ਲਾ ਲਿਆ ਜੀ, ਜਿਸ ਤਰ੍ਹਾਂ ਆਪਣੀ ਕਹਾਵਤ ਹੁੰਦੀ ਹੈ ਇੱਕ, ਕਿ ਆਪਣੇ ਹੀ ਬੰਦੇ ਨੂੰ ਚਾਬੀਆਂ ਦੇ ਕੇ ਉਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਵਿੱਚੋਂ ਅਸੀਂ ਉਹਨੂੰ ਨਿਕਲ ਨਹੀਂ ਦੇਣਾ, ਕਿਉਂਕਿ ਸਾਰਾ ਕੁਝ ਹੀ ਮੈਡਮ ਨੇ ਕੀਤਾ ਹੋਇਆ। ਇਹ ਮੈਡਮ ਇਹਨਾਂ ਦੀ ਲੀਡਰ ਆ ਜੀ, ਇਹ ਸਾਰਾ ਗਰੋਹ ਬਣ ਗਿਆ ਜੀ। ਹੁਣ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹ ਗਰੋਹ ਬਣ ਗਿਆ ਜੀ, ਇਹ ਇੱਕ ਮਾਫੀਆ ਬਣ ਗਿਆ। ਭਾਵ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਵੀ ਜਿਸ ਤਰ੍ਹਾਂ ਦੇ ਨਾਲ ਪਰਮਜੀਤ ਸਿੰਘ ਜੀ ਕਹਿ ਰਹੇ ਸੀ, ਤੁਸੀਂ ਹੁਣ ਵੀ ਉਹੀ ਕਹਿ ਰਹੇ ਹੋ ਕਿ ਇਹ ਜਿਹੜੀ ਕੋਠੀ ਹੈ ਇਹ ਦੱਬੀ ਹੋਈ ਹੈ। ਬਿਲਕੁਲ ਜੀ, ਬਿਲਕੁਲ। ਅਸੀਂ ਕੋਈ ਪਾਵਰ ਆਫ ਅਟਰਨੀ ਨਹੀਂ ਦਿੱਤੀ, ਅਸੀਂ ਕਿਸੇ ਤਰ੍ਹਾਂ ਦੀ ਵੀ ਕੋਠੀ ਵੇਚੀ ਨਹੀਂ ਕਿਸੇ ਨੂੰ। ਜੋ ਪਾਵਰ ਆਫ ਅਟਰਨੀ ਇਹਨਾਂ ਨੇ ਦਿਖਾਈ ਹੈ, ਅਸੀਂ ਜੋ ਆਪਣੇ ਹੈਂਡ ਰਾਈਟਿੰਗ ਦੇ ਐਕਸਪਰਟ ਹੁੰਦੇ ਆ, ਪ੍ਰਾਈਵੇਟਲੀ ਅਸੀਂ ਉਹ ਆਲਰੇਡੀ ਜਾਂਚ ਵੀ ਕਰਵਾ ਚੁੱਕੇ ਹਾਂ, ਔਰ ਉਹਨਾਂ ਨੇ ਇਹ ਕਿਹਾ ਵੀ ਹੈ ਜੀ, ਉਹਨਾਂ ਦਾ ਦਾਵਾ ਕਿ ਇਹ ਫੇਕ ਆ। ਉਹਨਾਂ ਦਾ ਦਾਵਾ ਤਾਂ ਆਪਾਂ ਛੱਡੋ ਜੀ, ਹਜੇ ਉਹ ਸਾਹਮਣੇ ਨਹੀਂ ਆਉਣਾ। ਮੈਂ ਤੁਹਾਡੇ ਕੋਲੇ ਸਿਗਨੇਚਰਾਂ ਦੀਆਂ ਕਾਪੀਆਂ ਭੇਜ ਦੂੰਗਾ, ਤੁਸੀਂ ਹੀ ਆਪਣੇ ਚੈਨਲ ਤੇ ਚਲਾ ਕੇ ਲੋਕਾਂ ਨੂੰ ਪੁੱਛ ਲਿਓ ਵੀ ਅਸਲੀ ਕਿਹੜੇ ਤੇ ਨਕਲੀ ਕਿਹੜੇ ਆ। ਪਰ ਤੁਸੀਂ ਲੱਗ ਰਿਹਾ ਜੀ ਕਿ ਉਹ ਮੈਚ ਨਹੀਂ ਕਰ ਰਹੇ। ਤੁਸੀਂ ਜਾਂਚ ਕਰਵਾ ਚੁੱਕੇ ਹੋ ਆਪਣੇ ਲੈਵਲ ਤੇ? ਅਸੀਂ ਆਪਣੇ ਲੈਵਲ ਤੇ ਜਾਂਚ ਕਰਵਾ ਚੁੱਕੇ ਹਾਂ ਜੀ, ਆਲਰੇਡੀ ਅਸੀਂ ਜਾਂਚ ਕਰਵਾ ਚੁੱਕੇ ਹਾਂ। ਉਹ ਫੇਕ ਆ ਜੀ, ਸਾਨੂੰ ਤਾਂ ਪਤਾ ਜੀ ਫੇਕ ਆ ਉਹ ਫੇਕ ਹੈ। ਤੁਸੀਂ ਉਸ ਦੀ ਜਾਂਚ ਕਰਵਾ ਚੁੱਕੇ ਹੋ? ਬਿਲਕੁਲ ਜੀ, ਬਿਲਕੁਲ। ਅਸੀਂ ਦੇਖੋ ਪ੍ਰਾਈਵੇਟ ਫਰਮ ਤੋਂ ਜਾਂਚ ਕਰਵਾਈ ਆ, ਉਹਨਾਂ ਨੇ ਚੈੱਕ ਕੀਤਾ, ਉਹ ਕਹਿੰਦੇ ਜੀ ਇਹ ਜੋ ਸਿਗਨੇਚਰ ਹੈ ਉਹ ਦੋਨੋਂ ਮੈਚ ਨਹੀਂ ਕਰ ਰਹੇ, ਦੋਨੋਂ ਹੀ ਫੇਕ ਆ। ਉਹਨਾਂ ਵੱਲੋਂ ਇਹ ਕਿਹਾ ਗਿਆ ਜੀ। ਅੱਛਾ, ਇੱਕ ਚੀਜ਼ ਹੋਰ, ਤੁਸੀਂ ਪ੍ਰੈਸ ਕਾਨਫਰੰਸ ਦੀ ਗੱਲ ਜਿਹੜੀ ਹੈਗੀ ਆ ਪਰਮਜੀਤ ਜੀ ਉਹ ਕੀਤੀ ਆ, ਤੁਸੀਂ ਪਹਿਲੇ ਦਿਨ ਤੋਂ ਵੀ ਤੁਹਾਡੇ ਤੇ ਇਲਜ਼ਾਮ ਇਹ ਲੱਗ ਰਹੇ ਸੀ, ਕਿਹਾ ਜਾ ਰਿਹਾ ਸੀ ਕਿ ਪ੍ਰੈਸ ਕਾਨਫਰੰਸ ਜਿਹੜੀ ਹੈ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਰਿਲੇਟ ਕਰਦੇ ਨੇ, ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨੇ, ਤੇ ਅੱਜ ਕਿਤੇ ਇਹ ਨਾ ਹੋਵੇ ਕਿ ਅੱਜ ਹੁਣ ਫਿਰ ਐਮਐਲਏ ਸਾਹਿਬਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨੇ। ਅੱਜ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਹੋ।
ਬਿਲਕੁਲ ਜੀ ਅਸੀਂ ਕੀਤੀ ਹੈ। ਤੁਸੀਂ ਦੱਸੋ ਵੀ ਅਸੀਂ ਹੁਣ ਤੱਕ ਜਿੰਨੇ ਵੀ ਆਪ ਦੇ ਨੁਮਾਇੰਦੇ ਆ, ਆਪ ਦੇ ਐਮਐਲਏਜ਼, ਐਮਪੀਜ਼, ਪੁਲਿਸ ਦੇ ਵੱਡੇ ਅਧਿਕਾਰੀ, ਅਸੀਂ ਹਲੇ ਤੱਕ ਉਹਨਾਂ ਦੇ ਦਰਵਾਜ਼ੇ ਖਟਖਟਾਉਂਦੇ ਰਹੇ ਹਾਂ ਜੀ। ਅਸੀਂ ਕਿਸੇ ਪਾਸੇ, ਅਸੀਂ ਤਾਂ ਨਹੀਂ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਜੀ। ਜਦੋਂ ਸਾਡਾ ਨਹੀਂ ਕਿਸੇ ਪਾਸੇ ਕੋਈ ਬੱਸ ਚੱਲਿਆ, ਹੁਣ ਤਾਂ ਅਸੀਂ ਸਭ ਕੋਲੇ ਜਾਵਾਂਗੇ ਜੀ। ਇਹ ਆਪੋਜੀਸ਼ਨ ਪਾਰਟੀ ਹੈ, ਅਸੀਂ ਆਪੋਜੀਸ਼ਨ ਪਾਰਟੀ ਕੋਲੇ ਆਪਣੀ ਜਾ ਕੇ ਗੁਹਾਰ ਚੱਕਾਂਗੇ। ਉਸ ਤੋਂ ਬਾਅਦ ਅਸੀਂ ਜੀ ਆਪਣਾ ਬਾਦਲ ਸਾਹਿਬ ਕੋਲੇ ਵੀ ਜਾਵਾਂਗੇ ਜੀ, ਸਾਨੂੰ ਜਾਣਾ ਪਿਆ। ਅਸੀਂ ਬੀਜੇਪੀ ਕੋਲੇ ਵੀ ਜਾਵਾਂਗੇ ਜੀ। ਫਿਰ ਅਗਰ ਅਸੀਂ ਬੀਜੇਪੀ ਕੋਲੇ ਜਾਂਦੇ ਹਾਂ, ਫਿਰ ਇਹ ਸਾਨੂੰ ਕਹਿਣਗੇ ਅਸੀਂ ਪੰਜਾਬ ਦੇ ਗਦਾਰ ਹਾਂ। ਇਹਦਾ ਮਤਲਬ ਇਹ ਤਾਂ ਨਹੀਂ ਹੋ ਗਿਆ ਨਾ ਜੀ, ਅਸੀਂ ਤਾਂ ਆਪਣੀ ਚੀਜ਼ ਲਈ ਲੜ ਰਹੇ ਹਾਂ ਨਾ ਜੀ। ਇਹ ਸਾਰਾ ਦਾ ਸਾਰਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਜੀ, ਇਹ ਮੈਡਮ ਐਮਐਲਏ ਲੀਡ ਕਰ ਰਹੀ ਹੈ ਇਸ ਗਰੁੱਪ ਨੂੰ, ਔਰ ਇਹ ਇਹਨਾਂ ਦਾ ਕੰਮ ਹੀ ਇਹ ਹੈ ਜੀ। ਇਸ ਤਰ੍ਹਾਂ ਗਰੁੱਪ ਕਿਸ ਤਰ੍ਹਾਂ, ਤੁਸੀਂ ਗਰੁੱਪ ਦੀ ਗੱਲ ਕਰੀ ਆ ਕਿ ਕਿਹੜਾ ਗਰੁੱਪ ਆ, ਉਹ ਗਰੁੱਪ ਕੀ ਕਰਦਾ ਹੈ, ਕਿਸ ਤਰ੍ਹਾਂ ਦਾ ਗਰੁੱਪ? ਗਰੁੱਪ ਇਹ ਹੋ ਗਿਆ ਨਾ ਜੀ। ਦੇਖੋ ਕਰਮ ਸਿੰਘ, ਹੁਣ ਇਹਨਾਂ ਨੇ ਇੱਕ ਬੰਦਾ ਖੜਾ ਕਰ ਦਿੱਤਾ ਅਸ਼ੋਕ ਕੁਮਾਰ, ਤੇ ਇਹ ਗਰੁੱਪ ਹੋ ਗਿਆ ਨਾ ਜੀ। ਇੱਕ ਤੁਸੀਂ ਜਾਣਦੇ ਮੈਡਮ ਸਾਹਿਬਾਂ ਹੋ ਗਏ। ਜਿਸ ਅਸ਼ੋਕ ਕੁਮਾਰ ਦੇ ਨਾਮ ਪਾਵਰ ਆਫ ਅਟਰਨੀ ਦੀ ਗੱਲ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ, ਤੁਸੀਂ ਜਾਣਦੇ ਹੋ ਪਰਮਜੀਤ ਸਿੰਘ ਜੀ ਉਸ ਅਸ਼ੋਕ ਕੁਮਾਰ ਨੂੰ? ਕਦੇ ਮਿਲੇ ਹੋਵੋ, ਕਦੇ ਹੁਣ, ਕਦੇ ਪਹਿਲਾਂ ਜ਼ਿੰਦਗੀ ਦੇ ਵਿੱਚ ਕਿਸੇ ਵੇਲੇ ਰਾਬਤਾ ਰਿਹਾ ਹੋਵੇ ਉਹਨਾਂ ਦੇ ਨਾਲ? ਮੈਨੂੰ ਯਾਦ ਨਹੀਂ ਜੀ ਅਗਰ ਮੈਂ ਮਿਲਿਆ ਵਾਂ, ਕਿਉਂਕਿ ਜਦੋਂ ਅਸੀਂ ਜਗਰਾਓਂ ਸ਼ਿਫਟ ਹੋਏ ਸੀਗੇ, ਸਾਡਾ ਸਾਰਾ ਪਰਿਵਾਰ, ਮੇਰੇ ਬ੍ਰਦਰ ਦੀ ਉੱਥੇ ਮੈਰਿਜ ਕੀਤੀ ਸੀ ਅਸੀਂ ਜਗਰਾਓਂ, ਔਰ ਉਹ ਮੈਰਿਜ ਕਾਫੀ ਧੂਮਧਾਮ ਨਾਲ ਅਸੀਂ ਕੀਤੀ ਸੀ। ਉਸ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਆਏ ਮੈਰਿਜ ਟਾਈਮ ਦੇ ਵਿੱਚ, ਜਿਨ੍ਹਾਂ ਨੂੰ ਮੈਂ ਬਿਲਕੁਲ ਨਹੀਂ ਜਾਣਦਾ ਜੀ। ਹਾਂ, ਇਹਨਾਂ ਜਦੋਂ ਉਹਨਾਂ ਨੂੰ ਮਿਲਿਆ ਜ਼ਰੂਰ ਹੋਊਗਾ ਕਿਸੇ ਵੀ ਬੰਦੇ ਨੂੰ। ਇਹ ਨਹੀਂ ਮੈਂ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਮਿਲਿਆ ਹੋਇਆ, ਮੈਨੂੰ ਪਤਾ ਨਹੀਂ ਜੀ। ਨਾ ਹੀ ਮੈਂ ਕਹਿ ਰਿਹਾ ਮੈਂ ਇਹਨਾਂ ਨੂੰ ਨਹੀਂ ਮਿਲਿਆ ਹੋਇਆ, ਕਿਉਂਕਿ ਮੈਨੂੰ ਇਹ ਯਾਦ ਨਹੀਂ ਹੈਗੇ। ਲੇਕਿਨ ਉਸ ਟਾਈਮ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਜਗਰਾਓਂ ਤੋਂ ਸੀਗੇ ਜੋ ਇਕੱਠੇ ਹੋ ਕੇ ਆਏ ਸੀਗੇ ਕਿਸੇ ਨਾ ਕਿਸੇ ਦੇ ਥਰੂ। ਜਿਸ ਤਰ੍ਹਾਂ ਮੈਨੂੰ ਕੋਈ ਇੱਕ ਬੰਦਾ ਜਾਣਦਾ, ਉਹਦੇ ਨਾਲ 10 ਆ ਗਏ, ਇਸ ਤਰ੍ਹਾਂ ਹੋ ਸਕਦਾ ਜੀ। ਅੱਛਾ, ਫਿਰ ਸਿੱਧਾ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਤੁਸੀਂ ਐਮਐਲਏ ਸਰਬਜੀਤ ਕੌਰ ਮਾਣੂਕੇ ਤੋਂ ਨਾਰਾਜ਼ ਹੋ, ਜੋ ਵੀ ਚੀਜ਼ ਉਹਨਾਂ ਨੇ ਕੀਤੀ ਹੈ, ਜਿਸ ਤਰ੍ਹਾਂ ਦੀਆਂ ਚਾਬੀਆਂ ਫੜਾਈਆਂ ਨੇ? 100% ਨਾਰਾਜ਼ ਹਾਂ ਜੀ, ਕਿਉਂਕਿ ਐਮਐਲਏ ਸਾਹਿਬਾਂ ਨੇ, ਮੈਂ ਫਿਰ ਕਹਿ ਰਿਹਾ, ਕੋਠੀ ਦੱਬੀ ਸੀ। ਦੱਬਣ ਦਾ ਉਹਨਾਂ ਦਾ ਇਰਾਦਾ ਸੀ, ਜਾਂ ਸਮਝ ਲਓ ਤੁਸੀਂ ਦੱਬਣ ਦਾ ਇਰਾਦਾ ਨਹੀਂ, ਦੱਬੀ ਸੀ। ਔਰ ਉਹਨਾਂ ਨੇ ਆਪਣੇ ਹੀ ਬੰਦੇ ਨੂੰ ਚਾਬੀਆਂ ਫੜਾਈਆਂ। ਉਹਨਾਂ ਨੇ ਕੋਠੀ ਛੱਡੀ ਨਹੀਂ ਆ, ਇਹ ਇੱਕ ਸਿਰਫ ਦਿਖਾਵਾ ਕੀਤਾ, ਸਿਰਫ ਪਾਰਟੀ ਦੇ ਸਾਹਮਣੇ ਆਪਣੀ ਦੇ ਸੱਚੇ ਹੋਣ ਦਾ ਦਿਖਾਵਾ ਕੀਤਾ, ਲੋਕਾਂ ਦੀ ਅਦਾਲਤ ਦੇ ਵਿੱਚ ਆਉਣ ਨੂੰ ਦਿਖਾਵਾ ਕੀਤਾ। ਇਹ ਸਿਰਫ ਇੱਕ ਦਿਖਾਵਾ ਜੀ, ਉਹਨਾਂ ਨੇ ਛੱਡੀ ਨਹੀਂ। ਕਰਮ ਸਿੰਘ ਉਹਨਾਂ ਦਾ ਹੀ ਬੰਦਾ, ਅਸ਼ੋਕ ਕੁਮਾਰ ਉਹਨਾਂ ਦਾ ਹੀ ਬੰਦਾ, ਤਾਂ ਉਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਖੜੇ ਕਰਕੇ ਉਹਨਾਂ ਨੇ ਆਹ ਸਾਰਾ ਤਰੀਕਾ ਕੀਤਾ ਜੀ। ਹੁਣ ਫਿਰ ਤੁਹਾਡੇ ਤੱਕ ਕਿਵੇਂ ਪਹੁੰਚੂ ਕੋਠੀ? ਠੀਕ ਹੈ, ਉਹਨਾਂ ਨੇ ਆਪਣੇ ਲੈਵਲ ਤੇ ਛੱਡਤੀ ਹੈ, ਜਿਵੇਂ ਤੁਸੀਂ ਕਿਹਾ ਕਿ ਇਹ ਤਾਂ ਪਾਣੀ ਵਿੱਚ ਮਧਾਣੀ ਵਾਲੀ ਗੱਲ ਹੋ ਗਈ, ਉਹ ਚੀਜ਼ ਪੈ ਗਿਆ ਕਿ ਕਰਮ ਸਿੰਘ ਹੋਰਾਂ ਦੇ ਕੋਲ ਜਿਹੜੀ ਆ ਉਹ ਚਲੀ ਗਈ ਆ, ਉਹਨਾਂ ਦਾ ਖੁਦ ਦਾ ਬੰਦਾ। ਤੁਹਾਡਾ ਕਹਿਣਾ ਕਿ ਹਲੇ ਉਹਨਾਂ ਦੇ ਪੱਖ ਦੇ ਵਿੱਚ, ਉਹਨਾਂ ਦੇ ਗਰੁੱਪ ਦੇ ਵਿੱਚ ਕੋਠੀ ਆ, ਪਰ ਮੇਨ ਤੁਸੀਂ ਦਾਅਵਾ ਠੋਕ ਰਹੇ ਹੋ ਮੇਨ ਤੇ, ਤੁਹਾਡੇ ਤੱਕ ਫਿਰ ਕਿਵੇਂ ਪਹੁੰਚੂ? ਹੁਣ ਕਹਾਣੀ ਖੜੀ ਕਿੱਥੇ ਹੈ ਤੁਹਾਡੇ ਵੱਲੋਂ? ਦੇਖੋ ਜੀ, ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਵਾਂਗੇ, ਅਸੀਂ ਹਾਈ ਕੋਰਟ ਤੱਕ ਜਾਵਾਂਗੇ, ਉੱਥੇ ਦੇਖਦੇ ਹਾਂ ਜੀ। ਫਿਰ ਅੱਗੇ ਇੱਕ ਸ਼ਾਇਦ ਸੁਪਰੀਮ ਕੋਰਟ ਹੁੰਦਾ ਜੀ, ਅਗਰ ਉੱਥੇ ਨਹੀਂ ਕੁਛ ਹੁੰਦਾ ਉੱਥੇ ਤੱਕ ਜਾਵਾਂਗੇ ਜੀ, ਸੈਂਟਰਲ ਗਵਰਨਮੈਂਟ ਤੱਕ ਜਾਵਾਂਗੇ। ਕਿਉਂਕਿ ਦੇਖੋ ਜੀ, ਇਹ ਮੇਰੇ ਮਾਤਾ ਦੇ ਖੂਨ ਪਸੀਨੇ ਦੀ ਕਮਾਈ ਹੈ। ਬੱਚੇ ਤਾਂ ਅਸੀਂ ਸਾਰੇ ਵੱਡੇ ਆ ਜੀ, ਹੁਣ ਚਾਰੇ ਭੈਣ ਭਰਾ ਵੱਡੇ ਆ ਅਸੀਂ, ਸਾਡੇ ਆਪਣੇ ਘਰ ਆ ਬਾਹਰ ਵਿਦੇਸ਼ਾਂ ਦੇ ਵਿੱਚ। ਲੇਕਿਨ ਇਹ ਮੇਰੇ ਮਾਤਾ ਦੇ ਖੂਨ ਪਸੀਨੇ ਦੀ ਕਮਾਈ ਆ। ਇਹ ਉਹਨਾਂ ਦੇ ਬਿਰਧ ਮਾਤਾ ਮੇਰੇ, ਉਹਨਾਂ ਦੇ ਦਿਲ ਤੇ ਕੋਈ ਅਸੀਂ ਬੋਝ ਨਹੀਂ ਰਹਿਣ ਦਿਆਂਗੇ ਜੀ। ਜਿੱਥੋਂ ਤੱਕ ਹੋਇਆ ਸਾਥੋਂ ਲੜਿਆ ਜਾਊਗਾ, ਅਸੀਂ ਲੜਾਂਗੇ ਜੀ ਇਸ ਚੀਜ਼ ਦੇ ਵਿੱਚ। ਮੈਂ ਤਾਂ ਮੈਡਮ ਐਮਐਲਏ ਨੂੰ ਅੱਗੇ ਵੀ ਇੱਕ ਵੀਡੀਓ ਰਾਹੀਂ ਅਪੀਲ ਕੀਤੀ ਸੀ, ਮੈਂ ਇੱਕ ਫੇਰ ਕਰਦਾ ਕਿ ਮੈਡਮ ਜੀ ਅਗਰ ਇੰਨੇ ਸੁੱਚੇ ਆ ਤੇ ਕਿਉਂ ਨਹੀਂ ਉਹ ਸੀਬੀਆਈ ਦੀ ਇਨਕੁਆਇਰੀ ਬਿਠਾ ਦਿੰਦੇ ਜੀ ਇਸ ਚੀਜ਼ ਦੇ ਉੱਤੇ। ਅੱਛਾ, ਤੁਸੀਂ ਇਹ ਚੀਜ਼ ਉਹ ਦਾਮਨ ਤੋਂ ਬਾਹਰ ਹੋ ਜਾਣਗੇ ਜੀ ਉਹਨਾਂ ਦੇ। ਅਗਰ ਉਹ ਇੰਨੇ ਹੀ ਸੱਚੇ ਆ, ਉਹ ਫਿਰ ਇਸ ਚੀਜ਼ ਦੇ ਚੋਂ ਫ੍ਰੀ ਹੋ ਜਾਣਗੇ। ਜੇ ਅਸੀਂ ਇਲਜ਼ਾਮ ਲਾਉਂਦੇ ਆ ਤੇ ਸਾਨੂੰ ਅਰੈਸਟ ਪੈ ਜੂਗੀ ਜੀ, ਔਰ ਸਾਰੀ ਪਬਲਿਕ ਨੂੰ ਪਤਾ ਲੱਗ ਜੂਗਾ ਕਿ ਸੱਚ ਕੀ ਹੈ, ਝੂਠ ਕੀ ਹੈ। ਤੁਸੀਂ ਇਹ ਬੇਨਤੀ ਕਰਦੇ ਹੋ ਕਿ ਸੀਬੀਆਈ ਦੀ ਜਾਂਚ ਹੋਵੇ, ਸੱਚ ਝੂਠ ਦਾ ਨਤਾਰਾ ਹੋਣਾ ਚਾਹੀਦਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ, ਤੁਸੀਂ ਇਹ ਕਹਿੰਦੇ ਹੋ? ਬਿਲਕੁਲ ਜੀ, 100% ਕਹਿੰਦੇ। ਮੈਂ ਤਾਂ ਮਾਨ ਸਾਹਿਬ ਨੂੰ ਫਿਰ ਬੇਨਤੀ ਕਰਦਾ, ਮਾਨ ਸਾਹਿਬ ਅਗਰ ਤੁਹਾਡੇ ਹੱਥ ਦੇ ਵਿੱਚ ਇਹ ਚੀਜ਼ ਹੈਗੀ ਆ, ਤੁਸੀਂ ਇਸ ਚੀਜ਼ ਨੂੰ ਆਪ ਨਿਬੇੜ ਲਓ। ਅਗਰ ਤੁਹਾਤੋਂ ਨਹੀਂ ਨਿਬੜਦੀ, ਮੈਂ ਸਮਝਦਾ ਕਈ ਵਾਰ ਕਿਸੇ ਚੀਜ਼ ਦਾ ਪ੍ਰੈਸ਼ਰ ਹੁੰਦਾ, ਤੁਸੀਂ ਸੀਬੀਆਈ ਨੂੰ ਇਹ ਜਾਂਚ ਦੇ ਦਿਓ ਜੀ ਮਾਨ ਸਾਹਿਬ, ਤੁਸੀਂ ਨਿਬੇੜ ਦਿਓ ਇਹ ਕੰਮ ਛੇਤੀ ਜਲਦੀ। ਇੱਕ ਚੀਜ਼ ਹੋਰ ਦੱਸਿਓ ਪਰਮਜੀਤ ਜੀ, ਜਦੋਂ ਇਹ ਗੱਲ ਜਿਹੜੀ ਆ ਵਧੀ, ਜਦੋਂ ਇਹ ਗੱਲ ਥੋੜ੍ਹੀ ਜਿਹੀ ਉਛਲੀ, ਤਾਂ ਐਮਐਲਏ ਹੋਰਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡੇ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ? ਕਈ ਵਾਰ ਇਹ ਵੀ ਹੁੰਦਾ ਸਮਝੌਤਾ ਕਰਨ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ ਮਨਾਇਆ ਜਾਂਦਾ, ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਿਸੇ ਦੇ ਥਰੂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੀਤੀ ਗਈ? ਇਨਡਾਇਰੈਕਟਲੀ ਬਹੁਤ ਆਫਰਾਂ ਆਈਆਂ ਜੀ ਸਾਡੇ ਕੋਲੇ। ਇਨਡਾਇਰੈਕਟਲੀ ਬਹੁਤ ਸਾਰੀਆਂ ਆਫਰਾਂ ਆਈਆਂ, ਡਾਇਰੈਕਟਲੀ ਮੈਡਮ ਵੱਲੋਂ ਕੋਈ ਨਹੀਂ ਆਈ ਹੋਈ। ਇਨਡਾਇਰੈਕਟਲੀ ਜਿਸ ਤਰ੍ਹਾਂ ਮੈਡਮ ਨੂੰ ਕੋਈ ਜਾਣਦਾ, ਉਹਦੇ ਅੱਗੇ ਕੋਈ ਜਾਣ, ਉਹਦੇ ਅੱਗੇ ਕੋਈ ਜਾਣ, ਉਹ ਸਾਡੇ ਅੱਗੇ ਆ ਕੇ ਇਸ ਤਰ੍ਹਾਂ ਕਰਕੇ ਸਾਡੇ ਕੋਲ ਗੱਲ ਆਈ ਆ, ਆਪਾਂ ਬੈਠ ਜਾਈਏ।
ਤੇ ਇਸ ਤਰ੍ਹਾਂ ਬਹੁਤ ਗੱਲਾਂ ਆਈਆਂ ਜੀ। ਜੇ ਫਿਰ ਬੈਠ ਕੇ ਨਿਬੇੜਨ ਦੀ ਗੱਲ, ਜੇ ਬੈਠ ਕੇ ਨਿਬੇੜਨ ਦੀ ਗੱਲ ਕਰਦੇ ਸੀ ਤਾਂ ਫਿਰ ਕਰ ਲੈਣੀ ਸੀ। ਕੀ ਤੁਹਾਨੂੰ ਉਹ ਕਿਉਂ ਸਹੀ ਨਹੀਂ ਲੱਗਿਆ? ਉਹ ਕੋਠੀ ਵੇਚਣ ਦੀ ਗੱਲ ਕਰ ਰਹੇ ਸੀ ਜੀ, ਸਾਨੂੰ ਵੇਚਣ ਦਾ ਕੁਛ ਹੈ ਨਹੀਂ ਜੀ। ਅੱਛਾ, ਉਹ ਕਹਿੰਦੇ ਮਤਲਬ ਕੋਠੀ ਤੁਸੀਂ ਐਮਐਲਏ ਸਾਹਿਬਾਂ ਨੂੰ ਦੇ ਦਿਓ ਜਾਂ ਨਹੀਂ, ਉਹ ਕਹਿੰਦੇ ਸੀ ਤੁਸੀਂ ਕੋਠੀ ਛੱਡ ਦਿਓ, ਕੋਠੀ ਵੇਚ ਦਿਓ, ਬਈ ਅਸੀਂ ਤੁਹਾਨੂੰ ਪੇ ਕਰ ਦਿੰਨੇ ਆ। ਬਿਲਕੁਲ। ਹੁਣ ਇਹਦੇ ਵਿੱਚ ਉਹ ਐਮਐਲਏ ਨੇ ਉਹਨਾਂ ਨੂੰ ਭੇਜਿਆ ਜਾਂ ਉਹ ਆਪਣੇ ਕੋਲੋਂ ਬਣਾ ਕੇ, ਇਹ ਨਹੀਂ ਸਾਨੂੰ ਪਤਾ ਜੀ, ਮਗਰ ਸਾਨੂੰ ਨਾਮ ਇਸ ਚੀਜ਼ ਆ ਰਿਹਾ ਸੀ ਕਿ ਤੁਸੀਂ ਕੋਠੀ ਵੇਚ ਦਿਓ। ਇਹ ਚੀਜ਼ ਤੁਹਾਡੇ ਕੋਲੇ ਆ ਗਈ ਸੀ, ਕਈ ਤਰ੍ਹਾਂ ਦੀ ਉਹਨਾਂ ਟਾਈਮ ਆਫਰਾਂ ਆਉਂਦੀਆਂ ਰਹੀਆਂ। ਬਿਲਕੁਲ ਜੀ, ਬਿਲਕੁਲ। ਮੇਰੇ ਕੋਲੇ ਲੇਟੈਸਟ ਆਫਰ ਹੈ ਜਿਹੜੀ ਪਰਸੋਂ ਤੱਕ ਆਈ ਹੈ ਜੀ, ਇੱਕ ਇੱਥੇ ਕੈਨੇਡਾ ਦੇ ਵਿੱਚ, ਕਿ ਕੋਠੀ ਤੁਸੀਂ ਇਸ ਤਰ੍ਹਾਂ ਕਰੋ, ਕੋਠੀ ਛੱਡ ਦਿਓ, ਜੋ ਹੋ ਗਿਆ ਸੋ ਹੋ ਗਿਆ। ਤੁਸੀਂ ਇਸ ਤਰ੍ਹਾਂ ਕਹਿ ਦਿਓ ਕਿ ਜੋ ਇਹ ਫਰਦ ਦਿੱਤੀ ਹੋਈ ਹੈ ਉਹਨਾਂ ਨੂੰ, ਕੀ ਇਹ ਨਾਮ ਹੈ, ਅਸ਼ੋਕ ਕੁਮਾਰ ਦੇ ਨਾਮ ਦੇ ਉੱਤੇ, ਤੁਸੀਂ ਕਹਿ ਦਿਓ ਵੀ ਉਹ ਅਸੀਂ ਦੇ ਕੇ ਭੁੱਲ ਗਏ ਸੀ। ਅੱਛਾ, ਇਹ ਕਹਿ ਦਿਓ। ਸਾਡੇ ਕੋਲੇ ਆਈ ਹੈ ਜੀ ਇਸ ਚੀਜ਼ ਦੀ, ਪਰਸੋਂ ਤੱਕ ਆਈ ਆ। ਬਿਲਕੁਲ ਜੀ, ਪਰਸੋਂ ਤੱਕ ਆਈ ਹੈ। ਤਾਂ ਭਾਵ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਅੰਦਰ ਖਾਤੇ ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਜਦੋਂ ਕੋਈ ਹਰ ਕਿਸੇ ਵੀ ਕੋਸ਼ਿਸ਼ ਕਿਸੇ ਸਿੱਟੇ ਤੱਕ ਨਹੀਂ ਪਹੁੰਚੀ, ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਬਿਲਕੁਲ ਜੀ, ਬਿਲਕੁਲ। ਇਹ ਸਿਰਫ ਪ੍ਰੈਸ ਕਾਨਫਰੰਸ ਹੈ ਜਿਹੜੀ, ਪ੍ਰੈਸ਼ਰ ਇੰਨਾ ਕਿ ਮੈਡਮ ਦੇ ਉੱਤੇ ਪੈ ਗਿਆ। ਮੈਨੂੰ ਲੱਗਦਾ ਸਾਰੇ ਐਨਆਰਆਈ ਭੈਣ ਭਰਾਵਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਮੈਂ ਫਿਰ ਐਨਆਰਆਈ ਭੈਣ ਭਰਾਵਾਂ ਨੂੰ ਇਸ ਚੀਜ਼ ਦੇ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿੰਨੇ ਵੀ ਸਾਡੇ ਪ੍ਰਵਾਸੀ ਭੈਣ ਭਾਈ ਆ, ਕਿ ਤੁਸੀਂ ਆਪਣੇ ਆਪਣੇ ਆਪ ਦੇ ਜੋ ਐਮਐਲਏਜ਼ ਜਿੱਤੇ ਜਾਂ ਹਾਰੇ ਹੋਏ ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਮੈਸੇजेस ਕਰੋ, ਈਮੇਲਸ ਕਰੋ, ਉਹਨਾਂ ਤੱਕ ਸੁਨੇਹਾ ਪਹੁੰਚਾਓ ਕਿ ਜੋ ਵੀ ਇਹ ਕਰ ਰਹੇ ਧੱਕਾ ਕਰ ਰਹੇ ਆ, ਇਹ ਸਾਡੇ ਲਈ ਚੰਗਾ ਨਹੀਂ ਹੈ ਜੀ, ਸਾਰੇ ਐਨਆਰਆਈਜ਼ ਲਈ, ਕਿ ਸਾਡੇ ਤਾਂ ਸਾਡੇ ਸਾਰਿਆਂ ਦੀਆਂ ਤਕਰੀਬਨ ਉੱਥੇ ਕੁਛ ਨਾ ਕੁਛ ਪਿੱਛੇ ਅਸੀਂ ਜੁੜੇ ਹੋਏ ਹਾਂ ਜੀ ਕਿਸੇ ਤਰੀਕੇ ਨਾਲ। ਬਿਲਕੁਲ ਬਿਲਕੁਲ। ਤੇ ਇਹ ਮੈਡਮ ਨੇ ਤਾਂ ਸਿਰਫ ਜੀ ਆਪਣੇ ਬਚਣ ਲਈ ਇਹ ਕੋਸ਼ਿਸ਼ ਕੀਤੀ ਆ, ਲੇਕਿਨ ਇਹਦੇ ਵਿੱਚੋਂ ਮੈਡਮ ਹਜੇ ਬਚੇ ਨਹੀਂ ਆ, ਕਿਉਂਕਿ ਉਹਨਾਂ ਨੇ ਆਪਣੇ ਹੀ ਬੰਦੇ ਨੂੰ ਇਹ ਚੀਜ਼ ਫੜਾਈ ਆ ਜੀ। ਹਾਂ, ਅਗਰ ਮੈਡਮ ਜਾਂਦੇ ਨਾ, ਅਗਰ ਇੰਨੇ ਸੱਚੇ ਸੀਗੇ ਤਾਂ ਮੈਡਮ ਨੂੰ ਚਾਹੀਦਾ ਸੀ ਉਹ ਕੋਠੀ ਦੀਆਂ ਚਾਬੀਆਂ ਐਸਪੀਡੀ ਸਾਹਿਬ ਨੂੰ ਫੜਾ ਕੇ ਜਾਂਦੇ, ਪਰਮਾਰ ਸਾਹਿਬ ਜੋ ਇਸ ਚੀਜ਼ ਨੂੰ ਲੀਡ ਕਰ ਰਿਹਾ ਇਨਵੈਸਟੀਗੇਸ਼ਨ ਨੂੰ। ਅਗਰ ਨਹੀਂ ਤਾਂ ਐਸਐਸਪੀ ਸਾਹਿਬ ਨੂੰ ਫੜਾਉਂਦੇ। ਮੈਨੂੰ ਅੱਗੇ ਪਤਾ ਨਹੀਂ ਜੀ ਵੀ ਹੋਰ ਕਿਹਨੂੰ ਦੇ ਸਕਦੇ ਆ, ਮੈਂ ਇਸ ਤਰ੍ਹਾਂ ਕੁਝ ਕਹਿ ਨਹੀਂ ਸਕਦਾ, ਲੇਕਿਨ ਕਮ ਸੇ ਕਮ ਮੈਨੂੰ ਇਹ ਦੋ ਅਧਿਕਾਰੀ ਦਾ ਤਾਂ ਪਤਾ ਨਾ ਜੀ। ਪਰਮਜੀਤ ਜੀ, ਸਵਾਲ ਇੱਕ ਵਾਰੀ ਫਿਰ ਲੈਣਾ ਚਾਹੂੰਗਾ ਕਿ ਜਿਵੇਂ ਤੁਸੀਂ ਕਿਹਾ ਕਿ ਹਾਈ ਕੋਰਟ ਦੇ ਵਿੱਚ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਰਟ ਦਾ ਸਹਾਰਾ ਲਵਾਂਗੇ, ਕੋਰਟ ਦੇ ਵਿੱਚ ਜਾਵਾਂਗੇ, ਸਬੂਤ ਜਿਹੜੇ ਉਹ ਸਾਰੇ ਜਿਹੜੇ ਹੈਗੇ ਸਾਰੇ ਪੇਸ਼ ਕਰਾਂਗੇ। ਜਿਵੇਂ ਤੁਸੀਂ ਕਿਹਾ ਕਿ ਅਸੀਂ ਆਪ ਦੇ ਐਮਐਲਏ ਐਮਪੀ ਤੱਕ ਪਹੁੰਚ ਕੀਤੀ, ਅਪਰੋਚ ਕੀਤੀ, ਸਾਡੀ ਨਹੀਂ ਸੁਣੀ ਗਈ, ਉਸ ਤੋਂ ਬਾਅਦ ਅਸੀਂ ਕਾਂਗਰਸ ਆਪੋਜੀਸ਼ਨ ਪਾਰਟੀ ਆ ਕਾਂਗਰਸ ਦੇ ਕੋਲ ਗਏ। ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੇਕਰ ਜ਼ਰੂਰਤ ਪਈ ਅਸੀਂ ਸੁਖਬੀਰ ਸਿੰਘ ਬਾਦਲ, ਜ਼ਰੂਰਤ ਪਈ ਅਸੀਂ ਬੀਜੇਪੀ ਤੱਕ ਵੀ ਜਾਵਾਂਗੇ। ਬਿਲਕੁਲ ਕਹਿ ਰਹੇ ਜੀ। ਇਹ ਦੇਖੋ ਜੀ, ਅਸੀਂ ਸਾਡਾ ਮਕਸਦ ਕਿਸੇ ਨੂੰ ਡਿਫੇਮ ਕਰਨਾ ਨਹੀਂ ਹੈ, ਸਾਡਾ ਮਕਸਦ ਸਾਡੀ ਆਪਣੀ ਚੀਜ਼ ਵਾਪਸ ਲੈਣਾ। ਅਸੀਂ ਇਹ ਨਹੀਂ ਕਰ ਰਹੇ ਕਿ ਵੀ ਅਸੀਂ ਆਪ ਨੂੰ ਵੈਸੇ ਕਿਸ ਤਰੀਕੇ ਨਾਲ ਡਿਫੇਮ ਕਰ ਰਹੇ ਜਾਂ ਅਸੀਂ ਕਿਸੇ ਪਾਰਟੀ ਦੇ ਨਾਲ ਰਲ ਗਏ ਜਾਂ ਕੁਛ ਨਹੀਂ ਜੀ। ਅਸੀਂ ਕਿਸੇ ਪਾਰਟੀ ਨਾਲ ਨਹੀਂ ਰਲੇ ਹੋਏ। ਮੈਂ ਤਾਂ ਸ਼ੁਰੂ ਤੋਂ ਕਹਿੰਦਾ ਆਇਆ ਜੀ, ਮੈਂ ਹੁਣ ਫਿਰ ਵੀ ਕਹਿ ਰਿਹਾ, ਅਸੀਂ ਤਾਂ ਆਪ ਨਾਲ ਖੜੇ ਸੀਗੇ ਜੀ। ਔਰ ਆਪ ਨੇ ਹੀ ਅਗਰ ਸਾਡੇ ਪਿੱਠ ਦੇ ਵਿੱਚ ਛੁਰਾ ਮਾਰਿਆ, ਤੇ ਹੁਣ ਅਸੀਂ ਕਰੀਏ ਕੀ, ਜਾਈਏ ਕਿਹਦੇ ਕੋਲੇ? ਸਾਨੂੰ ਕਿਸੇ ਕੋਲੇ ਤਾਂ ਜਾਣਾ ਪੈਣਾ ਨਹੀਂ ਆਪਣੀ ਚੀਜ਼ ਵਾਪਸ ਲੈਣ ਲਈ। ਸਾਡੀ ਆਵਾਜ਼ ਉਸ ਤਰ੍ਹਾਂ ਦੇ ਕਿਤੇ ਚੱਕੀ ਨਹੀਂ ਜਾਂਦੀ। ਅਗਰ ਅਸੀਂ ਜਿਸ ਤਰ੍ਹਾਂ ਤੁਸੀਂ ਹੋ, ਬਾਕੀ ਸਾਡੇ ਮੀਡੀਆ ਵਾਲੇ ਆ, ਸਤਿਕਾਰਯੋਗ ਸਭ ਦੇ ਸਭ, ਅਗਰ ਤੁਸੀਂ ਸਾਡੀ ਮਦਦ ਨਾ ਕਰਦੇ, ਇਸ ਚੀਜ਼ ਨੂੰ ਤੁਸੀਂ ਹਾਈਲਾਈਟ ਨਾ ਕਰਦੇ, ਤੇ ਸਾਡੀ ਆਵਾਜ਼ ਕਿੱਥੇ ਚੱਕੀ ਜਾਣੀ? ਸਾਡੀ ਤਾਂ ਆਵਾਜ਼ ਉੱਥੇ ਹੀ ਦੱਬ ਗਈ ਸੀ। ਥਾਣੇ ਦੇ ਵਿੱਚੋਂ ਹਾਲੇ ਤੱਕ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਆਏਗੀ ਕਿ ਵੀ ਹਾਂ ਇਸ ਕੇਸ ਦੀ ਪੈਰਵਾਈ ਕਿੱਥੋਂ ਤੱਕ ਹੋਗੀ। ਬਿਲਕੁਲ ਨਹੀਂ ਆਈ ਜੀ। ਜੋ ਸਾਡੇ ਕੋਲੇ ਲਾਸਟ ਇੱਕ ਮੇਰੇ ਕੋਲੇ ਇਨਫੋਰਮੇਸ਼ਨ ਆਈ ਸੀ ਕਿ ਉਹ ਟਰਾਈ ਕਰ ਰਹੇ ਸੀਗੇ ਲੱਭਣ ਦੀ, ਉਹ ਆਪਣਾ ਕੀ ਹੁੰਦਾ, ਪਾਵਰ ਆਫ ਟਰਨੀ ਦੀ ਕਾਪੀ, ਕਿਉਂਕਿ ਉਹਦੇ ਉੱਤੇ ਨਾ ਤਾਂ ਫੋਟੋ ਕਲੀਅਰ ਆ ਰਹੀ ਹੈ ਜੀ ਕੋਈ ਪਾਵਰ ਆਫ ਟਰਨੀ ਦੇ ਉੱਤੇ, ਜੋ ਸਿਗਨੇਚਰ ਉਹ ਮੈਚ ਨਹੀਂ ਕਰਦੇ ਜੀ। ਲੇਕਿਨ ਇਹ ਜਗਰਾਉਂ ਦੇ ਵਿੱਚ ਤੇ ਸਭ ਨੂੰ ਪਤਾ ਸੀਗਾ ਕਿ ਉਸ ਟਾਈਮ ਦੇ ਦੌਰਾਨ ਮੇਰੇ ਬ੍ਰਦਰ ਦਾ ਵਿਆਹ ਸੀ, ਤਕਰੀਬਨ ਅਸੀਂ ਸਾਰੀ ਫੈਮਿਲੀ ਸਾਡੀ ਉੱਥੇ ਸੀ। ਹਾਂ, ਇਹ ਹੋ ਸਕਦਾ ਕਿ ਮੈਂ ਜਗਰਾਉਂ ਦੇ ਵਿੱਚ ਨਾ ਹੋਵਾਂ ਉਸ ਦਿਨ, ਉਹ ਮੈਨੂੰ ਹਜੇ ਐਗਜ਼ੈਕਟ ਯਾਦ ਨਹੀਂ ਆ ਰਿਹਾ ਜੀ। ਤੇ ਉਹ ਵੀ ਆ ਜਾਊਗਾ, ਉਹਦੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਮੇਰੇ ਬ੍ਰਦਰ ਨੇ ਆਉਣਾ ਸੀਗਾ ਲਗਭਗ ਉਸੇ ਸਮੇਂ ਦੇ ਵਿੱਚ। ਸ਼ਾਇਦ ਮੈਂ ਉਹਨੂੰ ਲੈਣ ਗਿਆ ਹੋਵਾਂ, ਇਸ ਤਰ੍ਹਾਂ ਦਾ ਕੁਝ ਹੋ ਸਕਦਾ, ਪਰ ਮੈਂ ਉਸ ਚੀਜ਼ ਦੇ ਸ਼ੋਰ ਨਹੀਂ ਆ ਜੀ ਹਜੇ, ਜਿੰਨੀ ਦੇਰ ਮੈਂ ਆਪਣੇ ਦੇਖਦਾ ਨਹੀਂਗਾ ਕਾਗਜ਼ ਪੱਤਰ ਸਾਰੇ। ਤਾਂ ਭਾਵ ਹੁਣ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਹਰ ਦਰਵਾਜ਼ਾ ਖੜਕੜਾਵਾਂਗੇ, ਜਿੱਥੋਂ ਤੱਕ ਹੋਇਆ ਅਸੀਂ ਆਪਣੀ ਕੋਠੀ, ਸਾਡੀ ਕੋਠੀ ਆ, ਹੱਕ ਦੀ ਕੋਠੀ ਆ, ਅਸੀਂ ਆਪਣੀ ਕੋਠੀ ਵਾਪਸ ਲੈ ਕੇ ਹੀ ਰਹਿਣਾ ਆ। ਬਿਲਕੁਲ ਜੀ, ਬਿਲਕੁਲ। ਖੂਨ ਪਸੀਨੇ ਦੀ ਮਾਤਾ ਦੀ ਕਮਾਈ ਹੈ ਜੀ, ਅਸੀਂ ਉਹ ਕਿਸ ਤਰ੍ਹਾਂ ਛੱਡ ਦਈਏ? ਮੈਡਮ ਤਾਂ ਹੁਣ ਇਸ ਤਰ੍ਹਾਂ ਕਹਿ ਰਿਹਾ ਵੀ ਖਾਲੀ ਪਈ ਆ ਕੇ ਬੈਠ ਜਾਓ। ਇਸ ਤਰ੍ਹਾਂ ਤਾਂ ਸਾਡੇ ਬਹੁਤ ਹੀ ਸਾਰੇ ਐਨਆਰਆਈ ਭੈਣ ਭਰਾਵਾਂ ਦਾ ਉੱਥੇ ਘਰ ਖਾਲੀ ਪਏ ਹੋਏ ਆ, ਜਿੰਦੇ ਲੱਗੇ ਹੋਏ ਆ, ਕੋਈ ਨਾ ਕੋਈ ਬੈਠਾ ਰਹੂਗਾ ਜੀ ਆ ਕੇ। ਔਰ ਇਹ ਤਾਂ ਸਾਰਾ ਪਤਾ ਲੱਗਦਾ ਨਾ ਸਾਫ਼ ਕਿ ਵੀ ਮੈਡਮ ਨੇ ਇਹ ਸਾਰਾ ਸੈਟਅਪ ਕੀਤਾ ਹੋਇਆ ਹੈ ਜੀ।
ਆਪਣੀ ਹੀ ਗੈਂਗ ਬਣਾ ਕੇ ਸੌਰੀ ਜੀ ਮੈਂ ਕਿਹਾ ਜੀ ਉਹ ਆਪਣੀ ਹੀ ਗੈਂਗ ਬਣਾ ਕੇ ਔਰ ਕੋਠੀਆਂ ਦੱਬਣ ਦੇ ਉੱਤੇ ਹੋਏ ਆ। ਅੱਛਾ ਹੁਣ ਇੱਕ ਗੱਲ ਦੱਸਿਓ, ਹੁਣ ਇਹਦੇ ਵਿੱਚ ਐਮਐਲਏ ਸਾਹਿਬਾਂ ਦਾ ਨਾਮ ਤਾਂ ਨਹੀਂ ਆਊਗਾ ਜਾਂ ਆਊਗਾ? ਬਿਲਕੁਲ ਆਊਗਾ ਜੀ, ਕਿਉਂ ਨਹੀਂ ਆਊਗਾ ਐਮਐਲਏ ਸਾਹਿਬਾਂ ਦਾ ਨਾਮ। ਅਸੀਂ ਤਾਂ ਚਾਹੁੰਦੇ ਜੀ ਫਰਾਡ, ਅਸੀਂ ਤਾਂ ਇਹ ਕਹਿ ਰਹੇ ਹਾਂ ਜੀ ਜੋ ਫਰਾਡ ਹੋਇਆ, ਜੋ ਫਰਾਡ ਕੀਤਾ ਗਿਆ, ਇਹ ਐਮਐਲਏ ਸਾਹਿਬਾਂ ਦੇ ਬਿਨਾਂ ਹੱਥ ਰੱਖਿਆ ਸਿਰ ਤੇ ਨਹੀਂ ਹੋ ਸਕਦਾ ਇਹ ਜਿਹਾ, ਔਰ ਉਹਨਾਂ ਨੇ ਹੀ ਕੀਤਾ। ਕਿਉਂਕਿ ਮੈਡਮ ਸਾਹਿਬਾਂ ਨੇ ਦੇਖੋ ਇੰਨਾ ਟਾਈਮ ਪਾਇਆ ਜੀ, ਉਨੀ ਦੇਰ ਤੱਕ ਉਹਨਾਂ ਨੇ ਉਹ ਕੀ ਨਾਮ ਹੈ ਉਹਦਾ ਕਰਮ ਸਿੰਘ ਦਾ, ਉਹਨੂੰ ਪਾਸੇ ਰੱਖਿਆ, ਦੂਰ ਰੱਖਿਆ, ਜਿੰਨੀ ਦੇਰ ਪੇਪਰ ਨਹੀਂ ਬਣੇ ਉਹਦੇ। ਜਦੋਂ ਪੇਪਰ ਬਣਾ ਤੇ ਬੈਕ ਟੇਟਾਂ ਦੇ ਵਿੱਚ ਉਹਨਾਂ ਨੇ ਕਰਮ ਸਿੰਘ ਨੂੰ ਪੇਸ਼ ਕਰ ਦਿੱਤਾ। ਇੰਨੇ ਮੈਡਮ ਸੱਚੇ ਸੀ ਤੇ ਕਿਉਂ ਨਹੀਂ ਉਹਨਾਂ ਨੇ 8 ਤਰੀਕ ਨੂੰ ਉੱਥੇ ਆ ਕੇ ਕਰਮ ਸਿੰਘ ਨੂੰ ਫੜ ਕੇ ਸਾਹਮਣੇ ਖੜਾ ਕੀਤਾ ਕਿ ਆ ਜੀ ਕਰਮ ਸਿੰਘ ਹੈ ਤੋਂ ਲਓ। ਅਗਰ ਕਰਮ ਸਿੰਘ ਇੰਨਾ ਹੀ ਸੱਚਾ ਸੀ ਉਸ ਦਿਨ ਪੇਪਰ ਆ ਕੇ ਕਿਉਂ ਨਹੀਂ ਦਿਖਾਤੇ ਜੀ ਉਹਨੇ। ਹੁਣ ਕਰਮ ਸਿੰਘ ਕਹਿੰਦਾ ਜੀ ਮੈਂ ਛੁੱਟੀਆਂ ਕੱਟਣ ਗਿਆ ਸੀ ਗਰਮੀ ਦੀਆਂ। ਕੋਈ ਪੁੱਛੇ ਕਰਮ ਸਿੰਘ ਨੂੰ ਕਿ ਭਾਈ ਸਾਹਿਬ ਤੁਸੀਂ ਛੁੱਟੀਆਂ ਕੱਟਣ ਗਏ ਸੀ, ਫੋਨ ਤਾਂ ਤੁਹਾਡੇ ਕੋਲੇ ਆ, ਤੁਹਾਡੀ ਮੈਡਮ ਆ, ਤੁਹਾਡਾ ਜਿਹਦੇ ਨਾਲ ਤੁਸੀਂ 24 ਘੰਟੇ ਰਹਿੰਦੇ ਹੋ, ਉਹਦੇ ਉੱਤੇ ਦੋਸ਼ ਲੱਗ ਰਿਹਾ, ਐਲੀਗੇਸ਼ਨ ਲੱਗ ਰਿਹਾ, ਤੁਹਾਨੂੰ ਕਿਉਂ ਨਹੀਂ ਪਤਾ ਲੱਗਾ, ਕਿਉਂ ਨਹੀਂ ਉੱਠ ਕੇ ਆ ਗਏ ਉੱਥੇ ਛੁੱਟੀਆਂ ਛੱਡ ਕੇ। ਇਹ ਕਿਹੜਾ ਕੈਨੇਡਾ ਅਮਰੀਕਾ ਚਲੇ ਗਏ ਸੀ ਵੀ ਜਿਹੜਾ ਇਹਨਾਂ ਨੂੰ ਵਾਪਸ ਨਹੀਂ ਜਾਇਆ ਗਿਆ ਜੀ। ਇਹ ਸਾਰਾ ਦਾ ਸਾਰਾ ਇੱਕ ਮਨਘੜਤ ਕਹਾਣੀ ਹੈ ਜੀ। ਇਹ ਮੈਡਮ ਨੇ ਬਣਾਈ ਆ, ਮੈਂ ਕਿਸੇ ਹੋਰ ਦਾ ਵੀ ਨਹੀਂ ਨਾਂ ਲੈਂਦਾ, ਸਿਰਫ ਮੈਡਮ ਦੇ ਸਾਰਾ ਕੁਝ ਹੀ ਮੈਡਮ ਨੇ ਕੀਤਾ ਹੋਇਆ ਜੀ। ਇਹ ਲਾਸਟ ਬੇਨਤੀ ਕੀ ਰਹੂਗੀ ਸੀਐਮ ਭਗਵੰਤ ਸਿੰਘ ਮਾਨ ਤੱਕ? ਕੋਈ ਬੇਨਤੀ ਹੁਣ ਕਰਨਾ ਚਾਹੋਗੇ, ਕੋਈ ਅਪੀਲ ਕਰਨਾ ਚਾਹੋਗੇ ਜਿਸ ਤਰ੍ਹਾਂ ਪਿਛਲੀ ਵਾਰ ਕੀਤੀ ਸੀ, ਹੁਣ ਕੋਈ ਅਪੀਲ ਕਰਨਾ ਚਾਹੋਗੇ ਭਗਵੰਤ ਸਿੰਘ ਮਾਨ ਤੱਕ, ਮੁੱਖ ਮੰਤਰੀ ਪੰਜਾਬ ਤੱਕ? ਮਾਨ ਸਾਹਿਬ ਨੂੰ ਮੈਂ ਫਿਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ, ਮਾਨ ਸਾਹਿਬ ਇਹ ਵਿਭਾਗ ਤੁਹਾਡੇ ਕੋਲੇ ਹੈ, ਤੁਸੀਂ ਇਸ ਚੀਜ਼ ਦੀ ਜਲਦੀ ਦੇਣੇ ਜਾਂਚ ਕਰਾ ਕੇ ਇਹਦੀ ਜਿੰਨੀ ਜਲਦੀ ਉਸ ਦਾ ਜਾਂਚ ਕਰਾਓ, ਜਾਂਚ ਕਰਾ ਕੇ ਚਾਬੀਆਂ ਰਾਈਟਫੁਲ ਓਨਰ ਨੂੰ ਦਿਓ। ਔਰ ਤੁਹਾਨੂੰ ਵੀ ਪਤਾ ਕਿ ਰਾਈਟਫੁਲ ਓਨਰ ਉਹਦਾ ਕੌਣ ਹੈ। ਰਾਈਟਫੁਲ ਓਨਰ ਹੈ ਮੇਰੀ ਮਦਰ, ਮੇਰੀ ਮਾਤਾ। ਬਾਕੀ ਜੋ ਜਿਹਦੇ ਤੇ ਬਣਦੀ ਆ ਉਹਨਾਂ ਤੇ ਕਾਰਵਾਈ ਕਰੋ, ਚਾਹੇ ਤੁਹਾਡੇ ਐਮਐਲਏ ਆ ਚਾਹੇ ਕੋਈ ਹੋਰ ਹੈ, ਉਹਨਾਂ ਦੇ ਉੱਤੇ ਚਾਰजेस ਲਾਓ, ਉਹਨਾਂ ਨੂੰ ਅੰਦਰ ਕਰੋ ਜੀ। ਫਰਾਡ ਦੇ ਵਿੱਚ ਦੇਖੋ ਧੋਖਾਧੜੀ, ਫਰਾਡ, ਆਪਣਾ ਫੋਰਜ ਡਾਕੂਮੈਂਟਸ, ਇਹ ਸਾਰਾ ਕੁਝ ਉਹਨਾਂ ਨੇ ਕੀਤਾ ਜੀ। ਇਹਦੇ ਉੱਤੇ ਉਹਨਾਂ ਨੂੰ ਚਾਰजेस ਲੱਗਣੇ ਚਾਹੀਦੇ, ਜਿਹਦੇ ਵਿੱਚ ਤਹਿਸੀਲਦਾਰ ਕਾਂਗੋ ਕੀ ਹੁੰਦਾ ਜੀ, ਆਪਣੇ ਪਟਵਾਰੀ ਔਰ ਹੋਰ ਵੀ ਕਈ ਲੰਬੜਦਾਰ, ਹੋਰ ਵੀ ਬਹੁਤ ਸਾਰੇ ਹੋਣਗੇ। ਇਹਦਾ ਮਤਲਬ ਇਹ ਕਿਸੇ ਨੂੰ ਵੀ ਖੜਾ ਕਰਕੇ ਉੱਥੇ ਕਿਸੇ ਦੀ ਵੀ ਪ੍ਰਾਪਰਟੀ ਦੇ ਕਾਗਜ਼ ਬਣਾ ਕੇ ਸਾਡੇ ਐਨਆਰਆਈ ਭਾਈਆਂ ਦੀ ਕਿਸੇ ਦੀ ਵੀ ਪ੍ਰਾਪਰਟੀ ਦੱਬ ਸਕਦੇ ਜੀ ਕਿਸੇ ਵੀ ਟਾਈਮ। ਭਾਵ ਜੇ ਅਜਿਹਾ ਹੋਇਆ ਮਾਨ ਸਾਹਿਬ, ਭਾਵ ਜੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਲਜ਼ਾਮ ਲਗਾ ਰਹੇ ਹੋ, ਜੇ ਅਸਲੀਅਤ ਦੇ ਵਿੱਚ ਅਜਿਹਾ ਹੋਇਆ ਤਾਂ ਫਿਰ ਇਹ ਐਨਆਰਆਈ ਭਰਾਵਾਂ ਦੇ ਲਈ ਤਾਂ ਖਤਰੇ ਦੀ ਘੰਟੀ ਹੈ ਜੀ। ਬਿਲਕੁਲ 100% ਜੀ, ਇਲਜ਼ਾਮ ਨਹੀਂ ਹੈ ਜੀ, ਇਹ ਰਿਐਲਿਟੀ ਹੈ। ਤੁਸੀਂ ਫਿਰ ਇਸ ਚੀਜ਼ ਨੂੰ ਇਲਜ਼ਾਮ ਦਾ ਨਾਮ ਦੇ ਰਹੇ ਹੋ, ਕਿਉਂਕਿ ਚਲੋ ਮੈਂ ਮੰਨਦਾ ਤੁਸੀਂ ਪੱਤਰਕਾਰ ਹੋ, ਮਗਰ ਅਸੀਂ ਸਾਡੇ ਨਾਲ ਤਾਂ ਬੀਤੀ ਹੈ ਜੀ। ਜਿਸ ਤਨ ਲੱਗੀਆਂ 100 ਤਨ ਜਾਣੇ, ਸਾਡੇ ਨਾਲ ਤਾਂ ਹੋ ਰਹੀ ਹੈ। ਇਹ ਇਲਜ਼ਾਮ ਨਹੀਂ ਹੈ, ਰਿਐਲਿਟੀ ਹੈ ਜੀ। ਇਹ ਸਾਡੇ ਹੋਰ ਵੀ ਐਨਆਰਆਈ ਭੈਣ ਭਾਈ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੱਪੀਆਂ ਗਈਆਂ ਹੋਣਗੀਆਂ। ਮੈਂ ਫਿਰ ਇਹ ਬੇਨਤੀ ਕਰੂੰਗਾ ਜੀ ਕਿ ਐਨਆਰਆਈ ਪ੍ਰਵਾਸੀ ਭੈਣ ਭਰਾਵਾਂ ਨੂੰ ਤੁਸੀਂ ਆਪਣੀ ਪ੍ਰਾਪਰਟੀ ਨੂੰ ਰੈਗੂਲਰ ਟਾਈਮ ਦੇ ਉੱਤੇ ਉਹਦੀ ਚੈਕਿੰਗ ਕਰਦੇ ਰਹੋ, ਉਹਦਾ ਸਾਰਾ ਕੁਝ ਉਹਦੇ ਕਾਗਜ਼ ਪੱਤਰ ਕਢਾਉਂਦੇ ਰਹੋ। ਪਤਾ ਨਹੀਂ ਜੀ ਕਦੋਂ ਇਹਨਾਂ ਨੇ ਕੀ ਕਰ ਦੇਣਾ ਇੰਡੀਆ ਦੇ ਵਿੱਚ, ਕੋਈ ਭਰੋਸਾ ਨਹੀਂ ਕਿਸੇ ਦਾ। ਹੁਣ ਕੋਈ ਆਸ ਉਮੀਦ ਆਮ ਆਦਮੀ ਪਾਰਟੀ ਥੋੜੀ ਬਹੁਤੀ ਹੈ? ਜਿਵੇਂ ਹਾਲਾਂਕਿ ਤੁਸੀਂ ਆਮ ਆਦਮੀ ਐਮਐਲਏ ਨੂੰ ਮਿਲ ਚੁੱਕੇ ਆ, ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ, ਹੁਣ ਆਮ ਆਦਮੀ ਪਾਰਟੀ ਤੋਂ ਕੋਈ ਆਸ ਉਮੀਦ ਹੈ? ਦੇਖੋ ਜੀ, ਅਸੀਂ ਆਮ ਆਦਮੀ ਪਾਰਟੀ ਦੇ ਜੋ OSD ਆ ਮਨਜੀਤ ਸਿੰਘ, ਜੋ ਭਗਵੰਤ ਮਾਨ ਸਾਹਿਬ ਦੇ OSD ਆ, ਅਸੀਂ ਉਹਨਾਂ ਤੱਕ ਅਗਰ ਜਾ ਵੜੇ। ਹੁਣ ਭਗਵੰਤ ਮਾਨ ਸਾਹਿਬ ਨੂੰ ਤਾਂ 7 ਤਰੀਕ ਦਾ ਪਤਾ ਜੀ ਇਸ ਮਾਮਲੇ ਦਾ। ਉਹਨਾਂ ਨੇ ਹਜੇ ਤੱਕ ਇਸ ਚੀਜ਼ ਦੇ ਵਿੱਚ ਇੰਟਰਵੀਨ ਨਹੀਂ ਕੀਤਾ ਕਿ 7 ਤਰੀਕ ਤੋਂ ਲੈ ਕੇ ਅੱਜ ਕਿੰਨੀ ਤਰੀਕ ਹੋ ਗਈ, ਹਜੇ ਤੱਕ ਉਹਨਾਂ ਨੇ ਇੰਟਰਵੀਨ ਨਹੀਂ ਕੀਤਾ ਜੀ ਇਸ ਮਾਮਲੇ ਤੇ। ਚਲੋ ਉਹਨੂੰ ਕਰਨਾ ਚਾਹੀਦਾ ਸੀਗਾ। ਜਾਂ ਤਾਂ ਭਗਵੰਤ ਸਿੰਘ ਮਾਨ ਆਪਣੀ ਐਮਐਲਏ ਨੂੰ ਬਚਾ ਰਹੇ ਆ, ਉਹ ਆਪਣੀ ਐਮਐਲਏ ਨੂੰ ਬਚਾਉਂਦੇ ਪਾਰਟੀ ਦਾ ਬਹੁਤ ਨਾਮ ਖਰਾਬ ਕਰ ਰਿਹਾ ਜੀ। ਮੈਂ ਫਿਰ ਇੱਕ ਵਾਰ ਬੇਨਤੀ ਕਰਦਾ ਮਾਨ ਸਾਹਿਬ ਨੂੰ, ਮਾਨ ਸਾਹਿਬ ਤੁਸੀਂ ਤਾਂ ਵਿਦੇਸ਼ ਆਉਂਦੇ ਰਹਿੰਦੇ ਹੋ, ਤੁਸੀਂ ਦੇਖਦੇ ਹੋ ਵਿਦੇਸ਼ੀ ਜਿੰਨੇ ਵੀ ਇੱਥੇ ਸਾਡੇ ਭੈਣ ਭਾਈ ਆ, ਐਨਆਰਆਈ ਭੈਣ ਭਾਈ ਆ, ਉਹ ਕਿਸ ਤਰ੍ਹਾਂ ਕੰਮ ਕਰਦੇ ਆ। 2-2 ਸ਼ਿਫਟਾਂ ਲਾਉਂਦੇ ਆ ਜੀ ਉਹ, ਫਿਰ ਜਾ ਕੇ ਉਹ ਕੋਈ ਪ੍ਰਾਪਰਟੀ ਖਰੀਦਦੇ ਆ ਇੰਡੀਆ ਦੇ ਵਿੱਚ। ਤੁਸੀਂ ਇਹ ਦੇਖੋ ਕਿ ਅਸੀਂ ਫਿਰ ਵੀ ਪੰਜਾਬ ਦੇ ਨਾਲ ਜੁੜਦੇ ਆ ਜੀ ਵਾਪਸ। ਸਾਡੀਆਂ ਯਾਦਾਂ ਉੱਥੇ ਆ, ਸਾਡੇ ਭੈਣ ਭਰਾ ਜਿਹੜੇ ਸਾਡੇ ਪਿੰਡ ਵਾਲੇ ਉੱਥੇ ਆ, ਸਾਡੇ ਯਾਰ ਦੋਸਤ ਕੋਈ ਨਾ ਕੋਈ ਉੱਥੇ ਆ। ਅਸੀਂ ਵਾਪਸ ਫਿਰ ਜਾਣਾ ਚਾਹੁੰਦੇ ਹਾਂ ਜੀ ਉੱਥੇ। ਜਦੋਂ ਅਸੀਂ ਜਾਂਦੇ ਹਾਂ ਜੀ, ਅਸੀਂ ਜਾ ਕੇ ਪੰਜਾਬ ਦੇ ਵਿੱਚ ਕੁਝ ਵੀ ਹੋ ਜਾਏ ਅਸੀਂ ਉਹਨਾਂ ਦੀ ਇਕਾਨਮੀ ਦੇ ਵਿੱਚ ਹਿੱਸਾ ਹੀ ਪਾਉਂਦੇ ਹਾਂ ਜੀ। ਬਿਲਕੁਲ ਸਾਡੇ ਕੋਲੋਂ ਤਿਲ ਫੁੱਲ ਜੋ ਵੀ ਹੁੰਦਾ, ਕੋਈ ਚੀਜ਼ ਅਸੀਂ ਖਰੀਦਦੇ ਹਾਂ, ਕੁਝ ਵੀ ਅਸੀਂ ਕਰੀਏ, ਉਹਦੇ ਵਿੱਚ ਪੰਜਾਬ ਦਾ ਹੀ ਫਾਇਦਾ ਹੁੰਦਾ। ਲੇਕਿਨ ਇਹ ਮਾਨ ਸਾਹਿਬ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਜੀ, ਇੱਥੇ ਏਡੀਆਂ ਗੱਲਾਂ ਕਰਕੇ ਚਲੇ ਗਏ ਸਾਡੇ ਕੋਲੇ। ਮੈਨੂੰ ਲੱਗਦਾ ਸਾਨੂੰ ਮਿੱਠੀਆਂ ਮਿਰਚਾਂ ਦੇ ਗਏ ਇਹ, ਹੈ ਜੀ।
ਸਮਝ ਤੋਂ ਬਾਹਰ ਹੈ ਜੀ। ਮਾਨ ਸਾਹਿਬ ਹਲੇ ਤੱਕ ਕਿਉਂ ਨਹੀਂ ਬੋਲਿਆ ਇਸ ਚੀਜ਼ 'ਚ। ਬਾਕੀ ਕੁਲਦੀਪ ਸਿੰਘ ਧਾਲੀਵਾਲ ਅਸੀਂ ਉਹਨਾਂ ਨੂੰ ਤਾਂ ਜੀ ਪਤਾ ਹੀ ਨਹੀਂ ਕਿੰਨੀਆਂ ਕੀ ਈਮੇਲਸ ਕਰ ਲਈਆਂ ਹੋਈਆਂ। ਧਾਲੀਵਾਲ ਸਾਹਿਬ ਤੁਸੀਂ ਬੋਲ ਲਓ ਕੁਛ, ਤੁਸੀਂ ਤਾਂ NRI ਦੇ ਮਿਨਿਸਟਰ ਹੋ, ਤੁਸੀਂ ਚੁੱਪ ਕਿਉਂ ਬੈਠੇ? ਕਿਸੇ ਈਮੇਲ ਦਾ ਜਵਾਬ ਆਇਆ? ਸਾਡੀਆਂ ਤਾਂ ਮੈਂ ਕਦੇ ਨਹੀਂ ਜੀ, ਇਹਨਾਂ ਦੀਆਂ ਤਾਂ ਮੈਂ ਬਹੁਤ ਪੋਸਟਾਂ ਦੇਖਦਾ ਨਹੀਂ ਧਾਲੀਵਾਲ ਸਾਹਿਬ ਦੀਆਂ, ਕਿਤੇ ਕਿਤੇ ਕਿਸੇ ਫੋਟੋ ਖਿੱਚੀ ਹੋਈ ਹੈ ਕਿ ਮੈਂ ਉਸ ਚੀਜ਼ ਦਾ ਕਬਜ਼ਾ ਛਡਾਤਾ, ਮੈਂ ਉਹ ਕਰਤਾ, ਧਾਲੀਵਾਲ ਨੇ ਇਹ ਕਰਤਾ। ਧਾਲੀਵਾਲ ਸਾਹਿਬ ਆਓ, ਅਸੀਂ ਵੀ ਧਾਲੀ ਵਾਲੀ ਹਾਂ, ਮਦਦ ਕਰੋ ਇੱਕ ਧਾਲੀਵਾਲ ਦੀ ਆ ਕੇ, ਭਾਈਬੰਦੀ ਦੇ ਵਿੱਚ, NRI ਦੀ ਮਦਦ ਕਰੋ। ਭਾਈਬੰਦੀ ਦੇ ਵਿੱਚੋਂ ਬਿਲਕੁਲ ਜੀ, NRI ਦੀ ਮਦਦ ਕਰੋ ਜੀ ਆ ਕੇ। ਦੇਖੋ ਜੇ ਅਸੀਂ ਝੂਠੇ ਹੋਈਏ ਸਾਡੇ ਤੇ ਪਰਚੇ ਕਰੋ, ਜੇ ਝੂਠੇ ਹੋਈਏ ਸਾਨੂੰ ਜੇਲ੍ਹ 'ਚ ਸੁੱਟੋ। ਦਾਵਾ ਕਰਦਾ ਮੈਂ ਚੈਲੰਜ ਇਸ ਚੀਜ਼ ਦਾ ਮੈਂ ਦਾਵਾ ਕਰ ਰਿਹਾ ਜੀ, ਚੈਲੰਜ ਕਰ ਰਿਹਾ ਜੀ। ਅਗਰ ਅਸੀਂ ਝੂਠੇ ਹਾਂ ਜੀ, ਮੈਂ ਇਕੱਲਾ ਨਹੀਂ ਜੀ, ਮੇਰੀ ਘਰ ਵਾਲੀ ਉੱਥੇ ਆ, ਮੇਰੀ ਮਾਤਾ ਉੱਥੇ ਆ, ਮੈਂ ਆ ਜੀ, ਸਾਨੂੰ ਤਿੰਨਾਂ ਨੂੰ ਜੇਲ੍ਹ 'ਚ ਪਾਓ ਜੀ। ਚਲੋ ਬਾਕੀ ਸਾਡੇ ਫੈਮਿਲੀ ਮੈਂਬਰਾਂ ਨੂੰ ਅਗਰ ਆਪਾਂ ਛੱਡ ਦਿੰਦੇ ਹਾਂ ਤਾਂ, ਨਹੀਂ ਤਾਂ ਮੇਰਾ ਬ੍ਰਦਰ, ਮੇਰੀ ਸਿਸਟਰ ਲਾ, ਸਾਰੇ ਅਸੀਂ ਤਿਆਰ ਹਾਂ, ਸਾਨੂੰ ਸਾਰਿਆਂ ਨੂੰ ਜੇਲ੍ਹ 'ਚ ਪਾਓ ਜੇ ਅਸੀਂ ਝੂਠੇ ਹਾਂ। ਤੇ ਨਹੀਂ ਤਾਂ ਫਿਰ ਇਹ ਬੀਬੀ ਸਰਬਜੀਤ ਕੌਰ ਤੇ ਜਿੰਨਾ ਵੀ ਇਹਦਾ ਗਰੋਹ ਆ, ਇਹਨਾਂ ਸਾਰਿਆਂ ਨੂੰ ਫੜ ਕੇ ਹੁਣ ਅੰਦਰ ਕਰ ਦਿਓ। ਬਹੁਤ ਹੋ ਗਿਆ ਮਾਨ ਸਾਹਿਬ, ਬਹੁਤ ਲੰਮਾ ਇਹ ਚੀਜ਼ ਲਟਕਾ ਲਿਆ ਆਪਾਂ, ਇੰਨਾ ਨਾ ਕਰੋ ਜੀ। ਪਰਮਜੀਤ ਜੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਮੇਰੇ ਨਾਲ ਜੁੜੇ ਹੋਏ ਸਨ ਪਰਮਜੀਤ ਸਿੰਘ ਹੋਰੀ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਚਾਬੀਆਂ ਫੜਾ ਜ਼ਰੂਰ ਦਿੱਤੀਆਂ ਗਈਆਂ, ਚਾਬੀਆਂ ਦਿੱਤੀਆਂ ਜ਼ਰੂਰ ਗਈਆਂ ਨੇ ਪਰ ਸਾਨੂੰ ਨਹੀਂ। ਇਹਨਾਂ ਦੇ ਵੱਲੋਂ ਹੀ ਇਹਨਾਂ ਦੇ ਗਿਰੋਹ ਦੇ ਵਿੱਚੋਂ ਉਹਨੇ ਗਿਰੋਹ ਦਾ ਨਾਮ ਕਿਹਾ, ਉਹਨਾਂ ਨੇ ਗਰੁੱਪ ਦੀ ਗੱਲ ਕੀਤੀ ਆ, ਗੈਂਗ ਦੀ ਗੱਲ ਕੀਤੀ ਆ ਕਿ ਇੱਕ ਆਦਮੀ ਨੂੰ ਜਿਹੜਾ ਖੜਾ ਕੀਤਾ ਜਾਂਦਾ ਆ, ਇਹਨਾਂ ਦੇ ਗਰੁੱਪ ਤੇ ਇੱਕ ਆਦਮੀ ਨੂੰ ਖੜਾ ਕੀਤਾ ਜਾਂਦਾ ਕਰਮ ਸਿੰਘ ਨਾਮ ਦਾ, ਉਹਨੂੰ ਖੜਾ ਕਰਕੇ ਉਹਨਾਂ ਨੂੰ ਮਾਲਕ ਬਣਾ ਦਿੱਤਾ ਜਾਂਦਾ ਆ। ਚਾਬੀਆਂ ਉਹਨਾਂ ਨੂੰ ਸੌਂਪ ਦਿੱਤੀਆਂ ਜਾਂਦੀਆਂ ਨੇ। ਕਹਿੰਦੇ ਨੇ ਕਿ ਮੈਂ ਇਸ ਤਰ੍ਹਾਂ ਦੇ ਨਾਲ ਪਿੱਛੇ ਹਟਣ ਵਾਲਾ ਨਹੀਂ ਹਾਂ, ਮੈਂ ਆਪਣੀ ਜ਼ਮੀਨ, ਆਪਣੀ ਪ੍ਰਾਪਰਟੀ, ਆਪਣੀ ਕੋਠੀ ਜਿਹੜੀ ਆ ਉਹ ਲੈ ਕੇ ਹੀ ਰਹਾਂਗਾ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ। ਧੰਨਵਾਦ ਜੀ।